नहीं होना चाहिए। हालेलुया। उन्होंने प्यार तेरा मेरे तो वध के नहीं होना चाहिए। इतने लिखा कहना यहोवा ने अब्राहम से कहा अपने देश और अपने कुटुंबियों और अपने पिता के घर को छोड़कर उस देश में चला जा जो मैं तुझे दिखाऊंगा। आगे लिखा मैं तुझसे एक बड़ी जाति बनाऊंगा और तुझे आशीष दूंगा और तेरा नाम महान करूंगा और तू आशीष का मूल्य होगा। हालेलुया। तू आशीष का मूल्य होगा। समझ लगी? आज सानू भी खुदा कहता है पहले छड़ना है। की छड़ना है? अपनी अभिलाषावां छड़नियां, अपनी शरीर की इच्छावां छड़नियां, अपने रिश्तेदारों ਨੂੰ ਛੱਡਣਾ ਜਿਹੜੇ ਤੁਹਾਨੂੰ ਕਹਿੰਦੇ ਪ੍ਰਭੂ ਦੇ ਪਿੱਛੇ ਨਾ ਚੱਲ। ਆਪਾਂ ਨੂੰ ਕੀ ਕਰਨਾ ਉਹਨੂੰ ਛੱਡਣਾ। ਮੇਰੇ ਪ੍ਰਭੂ ਨੇ ਮੈਨੂੰ ਆਸ਼ੀਸ਼ਾਂ ਦਾ ਵਾਰਿਸ ਹੋਣ ਲਈ ਬੁਲਾਇਆ ਹੈ। ਹਾਲੇਲੂਇਆ। ਔਰ ਮੈਂ ਆਪਣੇ ਖੁਦਾ ਦੀ ਆਵਾਜ਼ ਨੂੰ ਸੁਣ ਕੇ ਮੈਂ ਕੀ ਕਰੂੰਗਾ? ਉਹਦੇ ਪਿੱਛੇ ਚੱਲੂੰਗਾ। ਤੁਹਾਨੂੰ ਕੀ ਹੈ ਮੇਰੇ ਵੱਲੋਂ? ਬਾਏ ਬਾਏ। ਹਾਲੇਲੂਇਆ। ਤੁਹਾਨੂੰ ਕੀ ਹੈ ਮੇਰੇ ਵੱਲੋਂ? ਬਾਏ ਬਾਏ। ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਬਾਏ ਬਾਏ ਕਰੋ। ਆਪਾਂ ਸਾਰਿਆਂ ਨੂੰ ਬਾਏ ਬਾਏ ਕਰਦੇ ਫਿਰੀਏ ਨਹੀਂ। ਲੇਕਿਨ ਬਹੁਤ ਸਾਰੇ ਇਹੋ ਜਿਹੇ ਤੁਹਾਡੇ ਰਿਸ਼ਤੇਦਾਰ ਹੁੰਦੇ ਨੇ ਜਿਹੜੇ ਤੁਹਾਨੂੰ ਪ੍ਰਭੂ ਦੀ ਹਜ਼ੂਰ ਤੋਂ ਜਾਣ ਤੋਂ ਰੋਕਦੇ ਨੇ। ਪ੍ਰੇਮ ਰੱਖੋ ਉਹਨਾਂ ਦੇ ਨਾਲ, ਲੇਕਿਨ ਉਹਨਾਂ ਦੇ ਨਾਲ ਕਦੇ ਸਮਝੌਤਾ ਨਾ ਕਰੋ। ਸਮਝ ਲੱਗੀ? ਪ੍ਰੇਮ ਰੱਖੋ ਲੇਕਿਨ ਉਹਨਾਂ ਨਾਲ ਸਮਝੌਤਾ ਨਾ ਕਰੋ। ਕਦੇ ਪ੍ਰਭੂ ਦੇ ਪਿੱਛੇ ਜਾਣ ਤੋਂ ਕਦੇ ਹਟੋ ਨਾ। ਹਾਂਜੀ ਅੱਗੇ ਦੇਖੀਏ ਕੀ ਲਿਖਿਆ। ਜੋ ਤੁਝੇ ਆਸ਼ੀਰਵਾਦ ਦੇ उन्हें मैं आशीष दूंगा। ਹੁਣ ਸੁਣੋ, ਅਗਰ ਤੂੰ ਆਪਣੇ ਘਰ-ਬਾਰ ਨੂੰ ਮੇਰੇ ਲਈ ਛੱਡੂਗਾ, ਆਪਣੇ ਪਰਿਵਾਰ ਨੂੰ ਮੇਰੇ ਲਈ ਛੱਡੂਗਾ, ਆਪਣੇ ਰਿਸ਼ਤੇਦਾਰਾਂ ਨੂੰ ਮੇਰੇ ਲਈ ਛੱਡੂਗਾ ਤਾਂ ਅੱਗੇ ਲਿਖਿਆ ਕਹਿੰਦਾ ਮੈਂ ਕੀ ਕਰੂੰਗਾ? ਜਿਨ੍ਹਾਂ ਜੋ ਤੈਨੂੰ ਕੀ ਦੇਣਗੇ? ਆਸ਼ੀਸ਼ ਦੇਣਗੇ। ਮੈਂ ਉਹਨਾਂ ਨੂੰ ਕੀ ਦਊਂਗਾ? ਆਸ਼ੀਸ਼ ਦਊਂਗਾ। ਹਾਲੇਲੂਇਆ। ਜਿਹੜੇ ਤੇਰੇ ਨਾਲ ਚੰਗਾ ਵਰਤਾਵ ਕਰਨਗੇ ਮੈਂ ਕੀ ਕਰੂੰਗਾ? ਉਹਨਾਂ ਦੀ ਜ਼ਿੰਦਗੀ 'ਚ ਆਸ਼ੀਸ਼ਾਂ ਨੂੰ ਪੈਦਾ ਕਰ ਦੂੰਗਾ। ਜਿਹੜੇ ਤੇਰੇ ਨਾਲ ਭਲਾਈ ਕਰਨਗੇ ਮੈਂ ਉਹਨਾਂ ਨੂੰ ਕੀ ਕਰੂੰਗਾ? ਆਸ਼ੀਸ਼ਾਂ ਪੈਦਾ ਕਰ ਦੂੰਗਾ। ਲੇਕਿਨ ਅੱਗੇ ਕੀ ਲਿਖਿਆ? और जो तुझे कोसे उसे मैं शाप दूंगा। सुनो ध्यान दे नाल। आज जेड़ा भी तन्नू कोसूगा ਉਹ ਤੁਸੀਂ ਕਿੱਧਰ ਜਾਣ ਲੱਗ ਪਏ? ਉਹ ਤੁਸੀਂ ਕਿਹੜੀ ਜਗ੍ਹਾ ਜਾਣ ਲੱਗ ਪਏ? ਆਪਣੇ ਕੁਟੁੰਬੀ ਛੱਡਦੇ, ਆਪਣੇ ਦਾਦੇ ਪੜਦਾਦੇ ਛੱਡਦੇ। ਪ੍ਰਭੂ ਨੇ ਕਿਹਾ ਛੱਡ। ਹਾਲੇਲੂਇਆ। ਪਰਮੇਸ਼ਰ ਕੀ ਕਿਹਾ? ਤੂੰ ਪਹਿਲਾਂ ਛੱਡ। ਛੱਡਣਾ ਪੈਣਾ ਹੈ। ਲੋਕ ਬੋਲਦੇ ਨਾ ਉਹ ਆਪਣੇ ਗੁਰੂ ਛੱਡ ਗਏ, ਆਪਣੇ ਇਹ ਛੱਡ ਗਏ, ਆਪਣੇ ਉਹ ਛੱਡ ਗਏ, ਹਾਂ। ਲੇਕਿਨ ਜੋ ਸੱਚਮੁੱਚ ਸਾਡਾ ਹੈ ਅੱਜ ਅਸੀਂ ਉਹਨੂੰ ਜਾਣਿਆ ਹੈ। ਹਾਲੇਲੂਇਆ। ਉਹ ਪਰਮੇਸ਼ਵਰ ਜਿਹਨੇ ਸਾਨੂੰ ਰਚਿਆ ਹੈ ਔਰ ਵਚਨ ਲਿਖਿਆ ਜਿਹਨੇ ਸਾਨੂੰ ਮਿੱਟੀ ਦਾ ਬੁੱਤ ਬਣਾ ਕੇ ਸਾਡੇ ਨਥਨਾਂ ਵਿੱਚ ਸਾਫ਼ ਫੂਕਿਆ। ਅਸੀਂ ਉਸ ਪਰਮੇਸ਼ਵਰ ਨੂੰ ਜਾਣਿਆ ਔਰ ਉਸ ਪਰਮੇਸ਼ਵਰ ਨੂੰ ਆਵਾਜ਼ ਮਾਰੀ ਹੈ। ਹਾਲੇਲੂਇਆ। ਉਸ ਪਰਮੇਸ਼ਵਰ ਨੇ ਸਾਨੂੰ ਬੁਲਾਇਆ ਹੈ। ਅਸੀਂ ਉਹਨਾਂ ਦੇ ਲਈ ਆਪਣੇ ਸਭ ਕੁਝ ਛੱਡਣ ਦੇ ਲਈ ਤਿਆਰ ਹਾਂ। ਹਾਲੇਲੂਇਆ। ਸਭ ਕੁਝ ਛੱਡਣ ਦੇ ਲਈ ਤਿਆਰ ਹਾਂ। ਲੇਕਿਨ ਇੱਕ ਸਮਾਂ ਆਊਗਾ ਉਹੀ ਲੋਕ ਜਿਹੜੇ ਤੁਹਾਨੂੰ ਪਿੱਛੇ ਨੂੰ ਖਿੱਚੂਗੇ ਤੁਹਾਡੇ ਨਾਲ ਹੋ ਕੇ ਪ੍ਰਭੂ ਦੀ ਮਹਿਮਾ ਕਰਨਗੇ। ਹਾਲੇਲੂਇਆ। ਹਾਲੇਲੂਇਆ। ਜਦ ਤੁਹਾਨੂੰ ਉੱਚਾ ਹੁੰਦੇ ਹੋਏ ਦੇਖੋਗੇ, ਪ੍ਰਭੂ ਦੇ ਚ ਆਸ਼ੀਸ਼ਾਂ ਪਾਉਂਦੇ ਦੇਖੋਗੇ, ਤੁਹਾਡੇ ਨਾਲ ਚੱਲਣਗੇ, ਤੁਹਾਡੇ ਪਿੱਛੇ ਪਿੱਛੇ ਕਿ ਸਾਨੂੰ ਵੀ ਦੱਸਿਓ ਪਰਮੇਸ਼ਵਰ ਕਿਹੜਾ ਹੈ। ਜਿਹੜੇ ਪਰਮੇਸ਼ਵਰ ਨੂੰ ਤੁਸੀਂ ਕਰਦੇ ਹੋ, ਮੰਨਦੇ ਹੋ, ਜਿਹੜੇ ਪਰਮੇਸ਼ਵਰ ਦੇ ਪਿੱਛੇ ਤੁਸੀਂ ਚੱਲਦੇ ਹੋ, ਜਿਸ ਪਰਮੇਸ਼ਵਰ ਤੁਸੀਂ ਸੇਵਾ ਕਰਦੇ ਹੋ। ਹਾਲੇਲੂਇਆ। ਸਮਝ ਰਹੇ ਹੋ ਗੱਲਾਂ? ਹਾਂਜੀ। ਸਭ ਤੋਂ ਪਹਿਲਾਂ ਹੀ ਕਰਨਾ ਆਪਾਂ ਛੱਡਣਾ ਹੈ। ਆਪਣਾ ਐਸ਼ ਔਰ ਆਰਾਮ ਵੀ ਕਰਨਾ ਹੈ, ਪ੍ਰਭੂ ਦੇ ਲਈ ਛੱਡਣਾ ਹੈ। ਆਪਣੇ ਦੁੱਖਾਂ ਨੂੰ ਪ੍ਰਭੂ ਦੇ ਲਈ ਕਰਨਾ ਹੈ, ਛੱਡਣਾ ਹੈ। ਆਪਣੇ ਪਰਮੇਸ਼ਵਰ ਦੀ ਸੇਵਾ ਕਿੱਦਾਂ ਕਰਨੀ ਹੈ? ਜਿੱਦਾਂ ਉਹ ਚਾਹੁੰਦਾ ਹੈ। ਹਾਲੇਲੂਇਆ। ਜਿੱਦਾਂ ਉਹ ਚਾਹੁੰਦਾ। ਤੁਹਾਨੂੰ ਪਤਾ ਹੈ ਇਹੀ ਅਬਰਾਹਮ ਸੀਗਾ। ਜਦੋਂ ਵਚਨ ਲਿਖਿਆ ਇਹਦੇ ਨਾਲ ਪਰਮੇਸ਼ਵਰ ਨੇ ਵਾਅਦੇ ਕੀਤੇ, ਆਪਾਂ ਪਹਿਲਾਂ ਬਹੁਤ ਵਾਰ ਪੜ੍ਹ ਚੁੱਕੇ ਹਾਂ। ਇਸੇ ਵਚਨ 'ਚ ਲਿਖਿਆ ਕਹਿੰਦਾ ਅੱਗੇ ਜਾਵੇ ਉਤਪਤੀ ਦੇ 'ਚ ਲਿਖਿਆ ਪਰਮੇਸ਼ਵਰ ਦਾ ਕਲਾਮ ਕਹਿੰਦਾ ਅਬਰਾਹਮ ਨੂੰ ਪਰਮੇਸ਼ਵਰ ਨੇ ਪੁੱਤਰ ਦਿੱਤਾ ਔਰ ਉਸੇ ਪੁੱਤਰ ਨੂੰ ਬਾਅਦ ਵਿੱਚ ਪਰਮੇਸ਼ਵਰ ਨੇ ਕਰ ਲਿਆ, ਵਾਪਸ ਮੰਗ ਲਿਆ। ਕਹਿੰਦਾ ਮੈਨੂੰ ਹੀ ਕਰਦੇ। ਸੁਣੋ ਧਿਆਨ ਦੇ ਨਾਲ। ਪਹਿਲਾਂ ਪਰਮੇਸ਼ਵਰ ਨੂੰ ਕਿੱਥੋਂ ਕੱਢਿਆ? ਉਹਦੇ ਪਰਿਵਾਰ ਦੇ ਵਿੱਚੋਂ। ਪਹਿਲਾਂ ਕਿੱਥੋਂ ਕੱਢਿਆ? ਉਹਦੇ ਆਪਣੇ ਪਰਿਵਾਰ ਦੇ ਵਿੱਚੋਂ ਕੱਢਿਆ। ਔਰ ਵਚਨ 'ਚ ਲਿਖਿਆ ਜਦੋਂ ਉਹਨੂੰ ਪਰਿਵਾਰ ਦੇ ਵਿੱਚੋਂ ਕੱਢਿਆ ਹੁਣ ਦੁਬਾਰਾ ਫੇਰ ਉਹਦਾ ਪਰਿਵਾਰ ਉਹਦੇ ਸਾਹਮਣੇ ਆਇਆ। ਉਹਦਾ ਬੱਚਾ ਜਿਹਨੂੰ ਪਾਲ ਪੋਸ ਕੇ ਵੱਡਾ ਕੀਤਾ ਨਾ, ਔਰ ਖੁਦਾ ਕਹਿੰਦਾ ਇਹਨੂੰ ਹੀ ਕਰ ਦੋ, ਮੇਰੇ ਲਈ ਦੇ ਦੇ, ਮਤਲਬ ਮੇਰੇ ਲਈ ਬਲੀਦਾਨ ਕਰ ਦੇ। ਪਰਮੇਸ਼ਵਰ ਉਹਨੂੰ ਬਲੀਦਾਨ ਨਹੀਂ ਸੀ ਕਰਾਉਣਾ ਚਾਹੁੰਦਾ। ਵਚਨ 'ਚ ਲਿਖਿਆ ਜਦ ਅਬਰਾਹਮ ਦੇ ਪਿਆਰ ਨੂੰ ਦੇਖਿਆ ਕਿ ਉਹਦੇ ਨਾਲ ਇੰਨਾ ਲਾਡ ਲਗਾ ਰਿਹਾ, ਇੰਨਾ ਉਹਦੇ ਨਾਲ ਖੇਡ ਕੁੱਦ ਰਿਹਾ, ਪਰਮੇਸ਼ਵਰ ਦੇਖਦਾ ਸੀਗਾ ਕਿ ਹੁਣ ਵੀ ਕੀ ਮੇਰੇ ਨਾਲ ਪਿਆਰ ਕਰਦਾ ਵੱਧ ਤੋਂ ਵੱਧ, ਕਿ ਉਸ ਆਸ਼ੀਸ਼ ਦੇ ਨਾਲ ਤਾਂ ਨਹੀਂ ਪਿਆਰ ਕਰਨ ਲੱਗ ਪਿਆ ਜਿਹੜੀ ਇਹਨੂੰ ਮੈਂ ਦਿੱਤੀ ਹੈ। ਔਰ ਉਸ ਉਮਰ 'ਚ ਜਾ ਕੇ ਜਦੋਂ ਕਿਸੇ ਕੀ ਕਹਿੰਦੇ ਕੋਈ ਬੰਦਾ ਬੱਚੇ ਜਨਮ ਦੇ ਕਦੇ ਯੋਗ ਨਹੀਂ ਹੁੰਦਾ, ਉਸ ਏਦਾਂ ਦੀ ਸਥਿਤੀ 'ਚ ਜਾ ਕੇ ਜਿੱਥੇ ਕੋਈ ਵੀ ਵਿਅਕਤੀ ਬੱਚੇ ਨੂੰ ਜਨਮ ਦੇ ਯੋਗ ਨਹੀਂ ਹੁੰਦਾ, ਉਸ ਪਰਿਸਥਿਤੀ ਵਿੱਚ ਜਦ ਮੈਂ ਇਹ ਆਸ਼ੀਸ਼ ਦਿੱਤੀ ਕਿ ਆਸ਼ੀਸ਼ ਦੇ ਨਾਲ ਪਿਆਰ ਤਾਂ ਨਹੀਂ ਲੱਗ ਪਿਆ ਕਰ ਕਿ ਹਾਂ ਮੈਨੂੰ ਆਸ਼ੀਸ਼ ਮਿਲ ਗਈ, ਮੈਂ ਇਹਨੂੰ ਦੇਖਾਂ, ਇਹਨੂੰ ਸੰਭਾਲਾਂ, ਮੈਂ ਇਹਦੇ ਨਾਲ ਪਿਆਰ ਕਰਾਂ ਬਹੁਤ ਕੁਝ, ਔਰ ਖੁਦਾ ਤੋਂ ਦੂਰ 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 ਹੁੰਦਾ ਚਲਾ ਜਾਵੇ। ਨਹੀਂ, ਪਰਮੇਸ਼ਰ ਨੇ ਚੈੱਕ ਕੀਤਾ ਉਹਨੂੰ ਔਰ ਵਚਨ 'ਚ ਲਿਖਿਆ, ਪਰਮੇਸ਼ਰ ਦਾ ਵਚਨ ਕਹਿੰਦਾ ਜਦੋਂ ਉਹਨੂੰ ਪਰਖਿਆ, ਪਰਖਣ ਤੋਂ ਬਾਅਦ ਜਦੋਂ ਉਹਨੇ ਆਪਣੇ ਬੱਚਾ ਵੀ ਪਰਮੇਸ਼ਰ ਦੇ ਬਲੀਦਾਨ ਕਰਨ ਲਈ ਤਿਆਰ ਹੋ ਗਿਆ, ਖੁਦਾ ਕਹਿੰਦਾ ਤੂੰ
ਰੋਕ ਦੇ ਖੰਜਰ ਆਪਣਾ ਇੱਥੇ, ਕਿਉਂਕਿ ਮੈਂ ਜਾਣ ਲਿਆ ਕਿ ਤੂੰ ਮੈਨੂੰ ਕਿਹਨੂੰ ਪਿਆਰ ਕਰਦਾ ਹੈ? ਮੈਨੂੰ ਪਿਆਰ ਕਰਦਾ। ਇੱਥੇ ਪਰਮੇਸ਼ਵਰ ਸਭ ਤੋਂ ਪਹਿਲਾਂ ਉਹਨੂੰ ਪਿਆਰ ਕਰਨ ਲਈ ਕਹਿੰਦਾ ਕਿ ਤੂੰ ਆ ਜਾ, ਛੱਡ ਮੇਰੇ ਸਭ ਕੁਝ। ਇੱਥੇ ਹੁਣ ਉਹ ਸਭ ਕੁਝ ਅੱਜ ਵੀ ਛੱਡ ਰਿਹਾ, ਕਿਹਦੇ ਲਈ? ਤਾਂ ਹੀ ਤਾਂ ਉਹ ਆਸ਼ੀਸ਼ਾਂ ਦਾ ਵਾਰਿਸ ਹੋਇਆ। ਹਾਲੇਲੂਇਆ, ਹਾਲੇਲੂਇਆ। ਇਸੇ ਲਈ ਉਹ ਆਸ਼ੀਸ਼ਾਂ ਦਾ ਕੀ ਹੋਇਆ? ਵਾਰਿਸ ਹੋਇਆ। ਹਾਲੇਲੂਇਆ। ਔਰ ਵਚਨ 'ਚ ਲਿਖਿਆ, ਤੁਹਾਨੂੰ ਪਤਾ ਇੱਕ ਮੂਸਾ ਨਾਮ ਦਾ ਵਿਅਕਤੀ, ਕਿਸ ਨੂੰ ਪਤਾ? ਮੂਸਾ ਨਾਮ ਦਾ ਵਿਅਕਤੀ। ਮੂਸਾ ਨੂੰ ਜਾਣਦੇ ਹੋ? ਮੂਸਾ ਨੂੰ ਜਾਣਦੇ ਹੋ? ਮੂਸਾ ਨਾਮ ਦਾ ਵਿਅਕਤੀ। ਔਰ ਵਚਨ 'ਚ ਲਿਖਿਆ ਮੂਸਾ ਜਿਹੜਾ ਇਬਰਾਨੀ ਲੋਕਾਂ ਦੇ ਲਈ ਜਿਹੜਾ ਕੀ ਕਹਿੰਦੇ ਸੀ, ਮਿਸਰ ਦੇ ਵਿੱਚ ਕੀ ਸੀਗਾ? ਇੱਕ ਰਾਜੇ ਦੇ ਘਰ 'ਚ, ਉੱਥੇ ਹੀ ਉਸੇ ਘਰ 'ਚ ਜਿੱਥੇ ਲੋਕ ਉਹਨਾਂ ਦੇ ਵੈਰੀ ਬਣੇ ਹੋਏ ਸੀਗੇ, ਉਹਨਾਂ ਦੇ ਲੋਕਾਂ ਦੇ ਵਿੱਚ ਹੀ ਉਹ ਪੈਦਾ ਹੋਇਆ, ਉਹਨਾਂ 'ਚ ਪਾਲਣ ਪੋਸ਼ਣ ਹੋਇਆ। ਔਰ ਵਚਨ ਦੱਸਦਾ ਕਿ ਉਹਨੇ ਜਦ ਦੇਖਿਆ ਕਿ ਮੇਰੇ ਭਰਾ, ਮੇਰੇ ਲੋਕ ਕੀ ਆ, ਸਤਾਵ ਦੇ ਵਿੱਚ ਆ, ਪਰੇਸ਼ਾਨੀ ਦੇ ਵਿੱਚ ਆ, ਤਾਂ ਉਹਦਾ ਦਿਲ ਪਸੀਜ ਗਿਆ। ਔਰ ਵਚਨ 'ਚ ਲਿਖਿਆ ਕਿ ਉਹਨੇ ਆਪਣਾ ਰਾਜ ਮਹਿਲ ਕਰ ਦਿੱਤਾ, ਉੱਥੇ ਦੀ ਸ਼ਾਨੋ ਸ਼ੌਕਤ ਛੱਡ ਦਿੱਤੀ, ਔਰ ਉੱਥੇ ਦੇ ਘੋੜੇ ਰੱਥਾਂ ਵਿੱਚ ਘੁੰਮਣਾ ਵੀ ਕਰਤਾ, ਛੱਡ ਦਿੱਤਾ। ਔਰ ਵਚਨ 'ਚ ਲਿਖਿਆ ਕਿ ਉਹਨੇ ਮਿਸਰੀਆਂ ਦੇ ਗੁਲਾਮੀ ਦੇ ਵਿੱਚੋਂ ਆਪਣੇ ਲੋਕਾਂ ਨੂੰ ਛੁਡਾਉਣ ਦੇ ਲਈ ਬਿਲਕੁਲ ਜ਼ੀਰੋ ਨੀਮਾ ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਉਹਨੇ ਪਰਮੇਸ਼ਵਰ ਦੀ ਆਗਿਆ ਨੂੰ ਮੰਨਣਾ ਜ਼ਰੂਰੀ ਸਮਝਿਆ, ਨਾ ਕਿ ਆਪਣੇ ਐਸ਼ਵਰ ਆਰਾਮ ਨੂੰ। ਉਹਨੇ ਉਹ ਸਭ ਕੁਝ ਛੱਡ ਕੇ ਪ੍ਰਭੂ ਦੀ ਸੇਵਾ ਕਰਨੀ ਕਰ ਦਿੱਤੀ, ਸ਼ੁਰੂ ਕਰ ਦਿੱਤੀ। ਹਾਲੇਲੂਇਆ। ਉੱਚੀ ਆਵਾਜ਼ ਨਾਲ ਬੋਲਾਂਗੇ ਹਾਲੇਲੂਇਆ। ਅੱਜ ਸਾਨੂੰ ਵੀ ਖੁਦਾ ਦੇ ਕੁਛ ਨਾ ਕੁਛ ਛੱਡਣ ਦੀ ਲੋੜ ਹੈ। ਪ੍ਰਭੂ ਸਾਨੂੰ ਛੱਡਣ ਨੂੰ ਕਹਿੰਦਾ ਕਿ ਨਹੀਂ? ਹਾਂਜੀ। ਇੱਥੇ ਤੱਕ ਇਹ ਵੀ ਲਿਖਿਆ ਪਰਮੇਸ਼ਵਰ ਦਾ ਵਚਨ ਕਹਿੰਦਾ, ਜਦ ਤੁਸੀਂ ਮੈਨੂੰ ਪੁਕਾਰਦੇ ਹੋ, ਮੇਰੇ ਤੇ ਪਰ ਵਿਸ਼ਵਾਸ ਕਰਦੇ ਹੋ, ਮੇਰੇ ਨਾਲ ਪ੍ਰੇਮ ਕਰਦੇ ਹੋ, ਤਾਂ ਤੁਸੀਂ ਪੁਰਾਣੇ ਰੀਤੀ ਰਿਵਾਜ ਵੀ ਕਰਦੇ ਹੋ। ਹਾਂਜੀ, ਪੁਰਾਣੇ ਰੀਤੀ ਰਿਵਾਜ ਵੀ ਕਰਦੇ ਹੋ, ਛੱਡ ਦਿਓ। ਅੱਜ ਤੋਂ 2 ਹਫ਼ਤੇ ਪਹਿਲੇ ਤਾਂ ਮੈਂ ਗੱਲ ਦੱਸਦਾ, ਸੁਣੋ ਧਿਆਨ ਦੇ ਨਾਲ। ਮੈਂ ਕੰਮ ਤੋਂ ਆ ਰਿਹਾ ਸੀ, ਕੰਮ ਤੋਂ ਆਉਂਦੇ ਮੈਂ ਜਦੋਂ ਸਕੂਟਰ ਤੇ ਆ ਰਿਹਾ, ਰਾਤ ਹਨੇਰਾ ਬਹੁਤ ਹੋਇਆ ਸੀ, ਅਸੀਂ ਜਾਣਾ ਸੀ ਆਪਣੇ ਚਰਚ ਦੇ ਵੇਲੇ, ਔਰ ਨਿਕਲਣਾ ਸੀ, ਅਸੀਂ ਫਟਾਫਟ ਆ ਰਹੇ ਸੀ। ਸਾਡੇ ਘਰਦਿਆਂ ਨੂੰ ਵੀ ਨਹੀਂ ਪਤਾ ਇਸ ਗੱਲ ਬਾਰੇ, ਮੈਂ ਤੁਹਾਨੂੰ ਦੱਸਣ ਜਾ ਰਿਹਾ ਸੁਣ। ਔਰ ਰਸਤੇ ਵਿੱਚ ਕਿਸੇ ਨੇ ਕੋਈ ਆਪਣਾ ਛੜਯੰਤਰ ਰਚਿਆ ਬਾਬੇ ਚੇਲੇ ਨੇ ਕਿਸੇ ਨੇ ਨਾ, ਔਰ ਫਟਾਫਟ ਅਸੀਂ ਜਦੋਂ ਉੱਥੋਂ ਲੰਘ ਰਹੇ, ਮੈਂ ਬਾਈਕ ਦੇ ਉੱਪਰ ਆਪਣੀ ਗੱਲਾਂ ਕਰ ਰਹੇ ਸੀ ਆਪਸ ਦੇ ਵਿੱਚ, ਔਰ ਮੁੰਡਾ ਮੇਰੇ ਨਾਲ ਸੀਗਾ ਕੋਈ, ਉਹ ਦੂਜੇ ਬਾਈਕ ਦੇ ਉੱਪਰ ਸੀਗਾ, ਉਹ ਮੈਨੂੰ ਕਹਿੰਦਾ ਯਾਰ ਤੂੰ ਨਾ ਟੱਪ ਗਿਆ। ਮੈਨੂੰ ਕਹਿੰਦਾ ਮੈਂ ਕੀ ਹੋਇਆ? ਕਹਿੰਦਾ ਉੱਥੇ ਗੁੱਡੀ ਬਣਾਈ ਹੋਈ ਸੀ, ਉਹਦੇ ਉੱਪਰ ਕੀ ਕਹਿੰਦੇ ਨੇ ਨਿੰਬੂ ਰੱਖਿਆ, ਚ ਕਿੱਲਾਂ ਡੋਕੀਆਂ ਸੀ, ਕਹਿੰਦਾ ਉੱਪਰ ਟੱਪ ਗਿਆ, ਕਹਿੰਦਾ ਸਕੂਟਰ ਨਿਗਾਤਾ ਉੱਪਰ ਦੀ। ਮੈਂ ਕਿਹਾ ਫੇਕਿਆ ਹੋਇਆ। ਆਪਾਂ ਨੂੰ ਕੋਈ ਡਰ ਦੀ ਲੋੜ ਹੈ। ਹਾਲੇਲੂਇਆ। ਕਿਉਂਕਿ ਜਿਸ ਪਰਮੇਸ਼ਵਰ ਦੀ ਅਸੀਂ ਸੇਵਾ ਕਰਦੇ ਆ, ਉਹ ਸਾਨੂੰ ਪਰਮੇਸ਼ਵਰ ਕੁਝ ਵੀ ਹੋਣ ਨਹੀਂ। ਕਿਉਂਕਿ ਪਰਮੇਸ਼ਵਰ ਦਾ ਕਲਾਮ ਕਹਿੰਦਾ ਕਿ ਉਹ ਆਪਣੇ ਲੋਕਾਂ ਦੇ ਉੱਪਰ ਕਦੇ ਵੀ ਜਾਦੂ ਟੂਣਾ ਕਦੇ ਚੱਲਣ ਨਹੀਂ ਦੇਵੇਗਾ। ਹਾਲੇਲੂਇਆ। ਉਹ ਕਹਿੰਦਾ ਤੈਨੂੰ ਤਾਂ ਤੇਰਾ ਪਰਮੇਸ਼ਵਰ ਬਚਾਊਗਾ, ਲੇਕਿਨ ਮੇਰਾ ਕੀ? ਮੈਂ ਕਿਹਾ ਤੂੰ ਟੈਨਸ਼ਨ ਨਾ ਲੈ। ਹਾਲੇਲੂਇਆ। ਉਸ ਪਰਮੇਸ਼ਵਰ ਦੀ ਤੂੰ ਵੀ ਸੇਵਾ ਕਰ, ਤੇਰੀ ਕੀ ਕਹਿੰਦੇ ਸੁਰੱਖਿਆ ਕਰਨ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ, ਹਾਲੇਲੂਇਆ। ਉਹ ਡਰਦਾ ਸੀ, ਡਰਦਾ ਸੀ, ਯਾਰ ਕੀ ਹੋ ਗਿਆ, ਇਹ ਕੀ ਹੋ ਗਿਆ, ਸਾਡੇ ਤੋਂ ਕੀ ਹੋ ਗਿਆ? ਮੈਂ ਕਿਹਾ ਕੋਈ ਡਰਨ ਦੀ ਲੋੜ ਨਹੀਂ ਹੈ। ਸਾਡਾ ਉਹ ਪਰਮੇਸ਼ਵਰ ਹੈ ਜਿਹੜਾ ਇਹਨਾਂ ਸ਼ਕਤੀਆਂ ਤੋਂ ਕਿਤੇ ਵੀ ਜ਼ਿਆਦਾ ਬੜਾ ਹੈ। ਔਰ ਪਰਮੇਸ਼ਵਰ ਦਾ ਕਲਾਮ ਕਹਿੰਦਾ ਮੈਂ ਤੈਨੂੰ ਸ਼ੈਤਾਨ ਦੀ ਸਾਰੀ ਸਾਮਰਥ ਪਰ ਕੀ ਦਿੱਤਾ ਹੈ? ਅਧਿਕਾਰ ਦਿੱਤਾ ਹੈ। ਉਹਨਾਂ ਅਧਿਕਾਰਾਂ ਨੂੰ ਲੈਣ ਦੇ ਲਈ ਬਹੁਤ ਕੁਝ ਛੱਡਣਾ ਪੈਂਦਾ ਹੈ। ਆਪਣਾ ਆਰਾਮ ਛੱਡਣਾ ਪੈਂਦਾ ਹੈ, ਆਪਣੇ ਦੋਸਤ ਮਿੱਤਰ ਛੱਡਣੇ ਪੈਂਦੇ, ਆਪਣੀ ਸੰਗਤੀ ਜਿਹੜੀ ਬੁਰੀ ਆ ਉਹਨੂੰ ਕਰਨਾ ਪੈਂਦਾ, ਛੱਡਣਾ ਪੈਂਦਾ ਹੈ। ਹਾਲੇਲੂਇਆ, ਹਾਲੇਲੂਇਆ। ਆਪਣੇ ਰਿਸ਼ਤੇਦਾਰ ਵੀ ਉਹਨਾਂ ਨੂੰ ਨਾ ਕਹਿਣੀ ਜ਼ਰੂਰੀ ਹੋ ਜਾਂਦੀ ਹੈ, ਹੈਨਾ? ਪਰ ਮੈਂ ਸੱਚ ਦੱਸਦਾ, ਸੁਣੋ ਧਿਆਨ ਦੇ ਨਾਲ। ਅਸੀਂ ਕਈ ਵਾਰ ਦੇਖਿਆ ਕਿ ਸਾਡੇ ਰਿਸ਼ਤੇਦਾਰ ਸਾਨੂੰ ਬਹੁਤ ਜ਼ਿਆਦਾ ਫੋਰਸ ਕਰਦੇ। ਪਹਿਲੀ ਗੱਲ, ਉਹਨਾਂ ਦੇ ਜਦੋਂ ਵੀ ਵਿਆਹ ਸ਼ਾਦੀਆਂ ਹੁੰਦੇ, ਕਦੋਂ ਹੁੰਦੇ ਆ? ਐਤਵਾਰ। ਹਾਂਜੀ, ਕਦੋਂ ਹੁੰਦੇ ਆ? ਕਦੋਂ ਹੁੰਦੇ ਆ ਜੀ? ਉੱਥੇ ਸਾਡੀ ਪ੍ਰੀਖਿਆ ਹੁੰਦੀ, ਪਰਮੇਸ਼ਰ ਪ੍ਰੀਖਿਆ ਲੈਂਦਾ ਸਾਡੀ ਉਸ ਟਾਈਮ। ਵੀ ਹੁਣ ਅਸੀਂ ਕਿਹੜਾ ਡਿਸੀਜਨ ਲੈਣੇ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਜਾਣ ਦੇ ਲਈ ਉਤਾਵਲੇ ਹੁੰਦੇ ਆ, ਜਾਂ ਫਿਰ ਉੱਥੇ ਭੰਗੜੇ ਪਾਉਣ ਦੇ ਲਈ ਵਿਆਹ 'ਚ ਉਤਾਵਲੇ ਹੁੰਦੇ ਆ। ਉੱਥੇ ਸਾਡੀ ਪ੍ਰੀਖਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਤੁਸੀਂ ਇਹ ਨਾ ਸੋਚੋ ਕਿ ਇਹਨਾਂ ਨੇ ਰੱਖਿਆ, ਹੁਣ ਅਸੀਂ ਪ੍ਰਭੂ ਦੇ ਕੋਲ ਮਾਫੀ ਮੰਗ ਲਵਾਂਗੇ, ਲੇਕਿਨ ਪਰਮੇਸ਼ਵਰ ਤੁਹਾਨੂੰ ਉੱਚਾ ਕਰਨ ਵਾਲਾ ਹੁੰਦਾ, ਤੁਹਾਨੂੰ ਖੁਦਾ ਉਚਾਈਆਂ ਤੇ ਲੈ ਕੇ ਜਾਣ ਵਾਲਾ ਹੁੰਦਾ। ਇਸ ਕਰਕੇ ਕਿਸੇ ਨਾ ਕਿਸ ਤਰੀਕੇ ਦੇ ਨਾਲ ਸ਼ੈਤਾਨ ਤੁਹਾਡੀ ਜ਼ਿੰਦਗੀ 'ਚ ਉਹ ਦਿਨ ਜਿਹੜਾ ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਉੱਚਾ ਕਰਨ ਤੇ ਲੈ ਕੇ ਆਉਣਾ ਹੁੰਦਾ, ਉਸ ਵੇਲੇ ਤੁਹਾਡੀ ਜ਼ਿੰਦਗੀ 'ਚੋਂ ਆਸ਼ੀਸ਼ਾਂ ਚੁਰਾ ਕੇ ਲੈ ਜਾਂਦਾ ਹੈ। ਤੁਹਾਡੀ ਜ਼ਿੰਦਗੀ 'ਚੋਂ ਆਸ਼ੀਸ਼ਾਂ ਨੂੰ ਚੁਰਾ ਕੇ, ਜਿਸ ਰੀਤੀ ਨੂੰ, ਜਿਸ ਆਸ਼ੀਸ਼ ਨੂੰ ਲੈਣ ਲਈ ਤੁਸੀਂ ਪਰਮੇਸ਼ਵਰ ਦੇ ਕੋਲੋਂ ਆਉਂਦੇ ਹੋ, ਸਟਰਗਲ ਕਰਦੇ ਹੋ ਖੁਦਾ ਦੇ ਕੋਲੋਂ, ਤੁਸੀਂ ਕੀ ਕਰਦੇ ਹੋ? ਉਸ ਟਾਈਮ ਉਸ ਪਰਮੇਸ਼ਵਰ ਤੋਂ ਜੁਦਾ ਹੋ ਕੇ ਕਰ ਲੈਂਦੇ ਹੋ, ਗਵਾ ਲੈਂਦੇ ਹੋ। ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਮ ਕਰਕੇ ਕੀ ਕਰ ਲੈਂਦੇ ਹੋ? ਉਸ ਆਸ਼ੀਸ਼ ਨੂੰ ਅਸੀਂ ਗਵਾ ਲੈਂਦੇ। ਤੁਹਾਨੂੰ ਪਤਾ ਇਹ ਸੱਚੀ ਗੱਲ ਹੈ, ਇਹ ਸੱਚਾਈ ਹੈ। ਇਹ ਮੈਂ ਵੈਸੇ ਨਹੀਂ ਬੋਲ ਰਿਹਾ, ਕਿਉਂਕਿ ਜਦੋਂ ਅਸੀਂ ਪ੍ਰਭੂ ਦੀ ਆਗਿਆ ਨੂੰ ਤੋੜਦੇ ਹਾਂ, ਉਸ ਟਾਈਮ ਅਸੀਂ ਸ਼ਰਾਪਿਤ ਹੁੰਦੇ ਹਾਂ। ਤੁਹਾਨੂੰ ਪਤਾ ਹੈ ਬਾਈਬਲ ਲਿਖਿਆ ਆਦਮ ਤੇ ਹਵਾ ਨੇ ਕੀ ਤੋੜੀ ਸੀ? ਪਰਮੇਸ਼ਵਰ ਦੀ ਮੇਨ ਕੰਮ ਇਹ ਨਹੀਂ ਸੀ ਕਿ ਫਲ ਖਾਦਾ, ਮੇਨ ਕੰਮ ਇਹ ਸੀ ਕਿ ਆਗਿਆ ਨੂੰ ਤੋੜਿਆ।
ਸ਼ਰਾਬ ਤਾਂ ਹੀ ਆਇਆ, ਪਾਪ ਤਾਂ ਹੀ ਆਇਆ ਜਦ ਉਹਨਾਂ ਨੇ ਆਗਿਆ ਨਹੀਂ ਕੀਤਾ, ਤੋੜਿਆ। ਅੱਜ ਵੀ ਜਦ ਅਸੀਂ ਪਰਮੇਸ਼ਵਰ ਦੀ ਆਗਿਆ ਨੂੰ ਤੋੜਦੇ ਹਾਂ ਤਾਂ ਸ਼ਰਾਪ ਸਾਡੇ ਉੱਪਰ ਬਣਿਆ ਰਹਿੰਦਾ ਹੈ, ਸ਼ਰਾਪ ਛੱਡ ਕੇ ਨਹੀਂ ਆਉਂਦਾ। ਔਰ ਵਚਨ 'ਚ ਲਿਖਿਆ, ਪਰਮੇਸ਼ਵਰ ਦਾ ਕਲਾਮ ਕਹਿੰਦਾ ਜਿਹੜਾ ਬਾੜ ਨੂੰ ਆਪ ਤੋੜੂਗਾ ਸੱਪ ਉਹਨੂੰ ਹੀ ਕਰੂਗਾ। ਕਿਉਂਕਿ ਪਰਮੇਸ਼ਵਰ ਦਾ ਕਲਾਮ ਕਹਿੰਦਾ ਦੇਖੋ, ਸ਼ੈਤਾਨ ਬੁੱਕਦੇ ਸ਼ੇਰ ਦੇ ਸਮਾਨ ਤੁਹਾਡੇ ਚਾਰੇ ਪਾਸੇ ਘੁੰਮਦਾ ਰਹਿੰਦਾ ਹੈ ਕਿ ਕਦੋਂ ਇਹ ਬੰਦਾ ਗਲਤੀ ਕਰੇ ਤੇ ਕਦੋਂ ਇਹ ਬੰਦਾ ਗਲਤੀ ਕਰੇ ਤੇ ਕਦੋਂ ਮੈਂ ਇਹਨੂੰ ਫਾੜ ਖਾਵਾਂ। ਸੁਣਿਆ ਧਿਆਨ ਦੇ ਨਾਲ ਮੈਂ ਕੀ ਬੋਲ ਰਿਹਾ, ਕਦੋਂ ਇਹ ਬੰਦਾ ਗਲਤੀ ਕਰੇ ਤੇ ਕਦੋਂ ਇਹਨੂੰ ਮੈਂ ਫਾੜ ਖਾਵਾਂ। ਔਰ ਜਦ ਅਸੀਂ ਗਲਤੀ ਕਰਦੇ ਹਾਂ ਫਿਰ ਅਸੀਂ ਫਸਦੇ। ਹਾਂਜੀ, ਸਾਨੂੰ ਪਤਾ ਵੀ ਹੁੰਦਾ ਵੀ ਇਹ ਗਲਤ ਹੈ, ਇਹ ਔਖਾ ਹੈ, ਇਹ ਸਹੀ ਨਹੀਂ ਹੈ, ਇਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਨਹੀਂ ਹੈ। ਅਸੀਂ ਫੇਰ ਵੀ ਜਦ ਉਸ ਚੀਜ਼ ਨੂੰ ਮੰਨਦੇ ਹਾਂ, ਉਸ ਚੀਜ਼ ਨੂੰ ਕਰਦੇ ਹਾਂ, ਤਾਂ ਫਿਰ ਸ਼ੈਤਾਨ ਨੂੰ ਮੌਕਾ ਦਿੰਦੇ ਕਿ ਸਾਡੀ ਜ਼ਿੰਦਗੀ 'ਚ ਇੰਟਰਫੇਅਰ ਕਰੇ। ਸਮਝ ਲੱਗੀ? ਇਸ ਲਈ ਬਹੁਤ ਸਾਰੀ ਚੀਜ਼ਾਂ ਨੂੰ ਛੱਡਣਾ ਪੈਂਦਾ ਹੈ। ਹਾਲੇਲੂਇਆ, ਹਾਲੇਲੂਇਆ। ਯਕੀਨ ਮੰਨਿਓ, ਸਾਡੇ ਰਿਸ਼ਤੇਦਾਰ ਵੀ ਜਿਹੜੇ ਆ ਜਦੋਂ ਮੈਰਿਜ ਵਗੈਰਾ ਰੱਖਦੇ ਆ, ਉਹਨੂੰ ਪਤਾ ਵੀ ਇਹਨਾਂ ਨੇ ਸੰਡੇ ਚਰਚ ਜਾਣਾ ਹੁੰਦਾ, ਸੰਡੇ ਤੋਂ ਬਗੈਰ ਅਸੀਂ ਕਿਸੇ ਹੋਰ ਦਿਨ 'ਚ ਅਸੀਂ ਮੈਰਿਜ ਰੱਖੀ ਸਭ ਤੋਂ ਵਧੀਆ ਹੈ ਨਾ। ਉਹਨਾਂ ਨੂੰ ਪਤਾ ਹੈ ਜੇ ਉਹ ਸਾਨੂੰ ਚਾਹੁੰਦੇ ਆ ਵਿਆਹ ਵਿੱਚ ਆਉਣਾ, ਦੇਖਣਾ ਚਾਹੁੰਦੇ ਆ, ਤਾਂ ਉਹ ਆਪਣੇ ਆਪ ਆਪਣਾ ਦਿਨ ਬਦਲ ਲੈਣਗੇ। ਅਗਰ ਉਹ ਨਹੀਂ ਚਾਹੁੰਦੇ ਤਾਂ ਉਹਨਾਂ ਨੇ ਸੰਡੇ ਹੀ ਰੱਖਣਾ। ਤੁਸੀਂ ਸੰਡੇ ਬੰਦਗੀ ਤੋਂ ਬਾਅਦ ਪਰਮੇਸ਼ਵਰ ਦੀ ਮਹਿਮਾ ਕਰਨ ਤੋਂ ਬਾਅਦ ਤੁਸੀਂ ਜਾ ਸਕਦੇ ਹੋ। ਹਾਲੇਲੂਇਆ। ਜ਼ਰੂਰੀ ਹੈ ਕਿ ਬਾਜਿਆਂ ਦੇ ਭੰਗੜੇ ਪਾ ਕੇ ਆਉਣਾ ਨਾ, ਹਨਾ, ਬਾਜਿਆਂ ਠਮਕੇ ਲਾ ਕੇ ਆਉਣਾ ਜਾਂ ਫਿਰ ਡੀਜੇ ਦੇ ਉੱਪਰ ਭੰਗੜੇ ਪਾਉਣੇ ਹੈ ਨਾ। ਸਮਝ ਲੱਗੀ? ਇਹ ਸਾਨੂੰ ਉਚਿਤ ਨਹੀਂ ਹੁੰਦਾ। ਹਾਲੇਲੂਇਆ। ਓਕੇ, ਵਚਨ 'ਚ ਲਿਖਿਆ, ਪਰਮੇਸ਼ਵਰ ਦਾ ਕਲਾਮ ਕਹਿੰਦਾ ਹੈ ਅਬਰਾਹਮ ਨੂੰ ਪਰਮੇਸ਼ਵਰ ਨੇ ਕੀ ਕਿਹਾ? ਆਪਣੇ ਰਿਸ਼ਤੇਦਾਰਾਂ ਨੂੰ ਮੈਂ ਚਾਹੁੰਦਾ ਤੁਸੀਂ ਬੋਲੀ ਉੱਚੀ ਆਵਾਜ਼ ਨਾਲ, ਕੀ ਨਹੀਂ ਛੱਡਣਾ ਹੈ? ਕੀ ਲਿਖਿਆ ਉੱਤੇ 12 ਦੇ ਉਹਦੇ ਇੱਕ ਵਚਨ 'ਚ ਕੀ ਲਿਖਿਆ? ਉੱਚੀ ਆਵਾਜ਼ ਨਾਲ ਪੜ੍ਹੀਏ। यहोवा ने अब्राम से कहा, ਯਹੋਵਾ ਨੇ ਅਬਰਾਹਮ ਨੂੰ ਕਿਹਾ अपने देश और अपने कुटुंबियों ਆਪਣੇ ਦੇਸ਼ ਨੂੰ ਛੱਡ, ਆਪਣੇ ਕੁਟੁੰਬੀਆਂ, ਆਪਣੇ ਰਿਸ਼ਤੇਦਾਰਾਂ ਨੂੰ ਛੱਡ। ਹਾਂਜੀ, और अपने पिता के घर को छोड़कर ਔਰ ਆਪਣੇ ਪਿਤਾ ਦੇ ਘਰ ਨੂੰ ਵੀ ਕੀ ਕਰਦੇ? ਛੱਡ ਦੇ। ਹਾਂਜੀ, उस देश में चला जा जो मैं तुझे दिखाऊंगा। ਉਸ ਦੇਸ਼ ਚਲਾ ਜਾ ਜਿਹੜਾ ਤੈਨੂੰ ਮੈਂ ਦਿਖਾਊਂਗਾ। ਹਾਲੇਲੂਇਆ। ਇੱਕ Song ਆਇਆ ਆਪਾਂ ਗਾਉਂਦੇ ਨੇ ਨਾ, ਉਸ ਦੇਸ਼ ਵਿੱਚ ਅਸਾਂ ਚਲੇ ਜਾਣਾ ਹੈ ਜਿੱਥੇ ਪਿਆਸ ਹੋਣੀ ਨਹੀਂ। ਉੱਚੀ ਆਵਾਜ਼ ਨਾਲ, ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਭੁੱਖ ਤੇ ਪਿਆਸ ਹੋਣੀ ਨਹੀਂ। ਉਸ ਦੇਸ਼ ਦਾ ਰਾਜਾ, ਉਸ ਦੇਸ਼ ਦਾ ਰਾਜਾ ਯਿਸੂ, ਮੌਤ ਉੱਥੇ ਕਦੇ ਹੋਣੀ ਨਹੀਂ, ਮੌਤ ਉੱਥੇ ਕਦੇ ਹੋਣੀ ਨਹੀਂ। ਹਾਲੇਲੂਇਆ। ਅਸੀਂ ਉਸ ਦੇਸ਼ 'ਚ ਜਾਣਾ ਹੈ ਜਿੱਥੇ ਪਰਮੇਸ਼ਵਰ ਸਾਨੂੰ ਲੈ ਕੇ ਜਾਣਾ ਚਾਹੁੰਦਾ। ਕਿਹੜਾ ਦੇਸ਼ ਹੈ? ਉਸ ਦਾ ਦੇਸ਼ ਹੈ। ਹਾਲੇਲੂਇਆ। ਅਸੀਂ ਇੱਥੇ ਮੁਸਾਫਿਰ ਹਾਂ। ਅਗਰ ਅਸੀਂ ਉਸ ਦੇਸ਼ 'ਚ ਜਾਣਾ ਚਾਹੁੰਦੇ ਤਾਂ ਸਾਨੂੰ ਪ੍ਰਭੂ ਦੀ ਆਗਿਆ ਮੰਨਣੀ ਜ਼ਰੂਰੀ ਹੈ। ਹਾਲੇਲੂਇਆ। ਅਗਰ ਚਾਹੁੰਦੇ ਕਿ ਪਰਮੇਸ਼ਵਰ ਸਾਨੂੰ ਆਪਣੇ ਨਾਲ ਉਸ ਸਿੰਘਾਸਨ ਦੇ ਸਾਹਮਣੇ ਰੱਖੇ ਤਾਂ ਸਾਨੂੰ ਲੋੜ ਹੈ ਪ੍ਰਭੂ ਦੀ ਆਗਿਆ ਨੂੰ ਮੰਨਣ ਦੀ। ਹਾਲੇਲੂਇਆ। ਨਾ ਕਿ ਆਪਣੇ ਉਹਨਾਂ ਰਿਸ਼ਤੇਦਾਰਾਂ ਦੇ ਪਿੱਛੇ ਚੱਲਣ ਦੀ ਜਿਹੜੇ ਸਾਨੂੰ ਵਾਰ-ਵਾਰ ਕਹਿੰਦੇ ਆ ਜਾ ਆ ਜਾ ਚੱਲ ਮੈਨੇ ਇੱਧਰ ਨੂੰ ਚੱਲ, ਮੈਨੇ ਉੱਧਰ ਨੂੰ ਚੱਲ। ਛੱਡ ਪ੍ਰਭੂ ਨੂੰ। ਉਹਨਾਂ ਨੂੰ ਕਹਿਣਾ ਬਾਏ ਬਾਏ, ਅਸੀਂ ਨਹੀਂ ਛੱਡ ਸਕਦੇ। ਹਾਲੇਲੂਇਆ। ਤੁਹਾਨੂੰ ਪਤਾ ਇੱਕ ਹੰਨਾ ਨਾਮ ਦੀ ਔਰਤ ਸੀਗੀ, ਬਾਈਬਲ 'ਚ ਲਿਖਿਆ, ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਹੰਨਾ ਨਾਮ ਦੀ ਔਰਤ ਜਦ ਆਪਣੇ ਦੂਜੀ ਸੌਕਣ ਦੇ ਕੋਲ ਸਤਾਈ ਜਾਂਦੀ ਸੀਗੀ, ਹਰ ਉਸ ਸਮੇਂ ਜਦ ਉਹ ਪਰਮੇਸ਼ਵਰ ਦੇ ਭਵਨ 'ਚ ਜਾਂਦੀ ਸੀ, ਵਚਨ ਲਿਖਿਆ ਪਰਮੇਸ਼ਵਰ ਦੇ ਭਵਨ 'ਚ ਜਦ ਵੀ ਜਾਂਦੀ ਸੀਗੀ ਉਹਦੀ ਸੌਕਣ ਨੂੰ ਧਾਹੀ ਰਵਾ ਦਿੰਦੀ ਸੀ, ਧਾਹੀ ਰਵਾਉਂਦੀ ਸੀ, ਬਿਲਕ ਬਿਲਕ ਕੇ ਰੋਂਦੀ ਸੀ, ਆਪਣੇ ਜ਼ੁਬਾਨ ਨੂੰ ਵੀ ਨਹੀਂ ਖੋਲਦੀ ਸੀ। ਔਰ ਵਚਨ 'ਚ ਲਿਖਿਆ ਕਿ ਉਹ ਰੋਂਦੀ ਰਹਿੰਦੀ ਸੀ, ਕੁਰਲਾਉਂਦੀ ਰਹਿੰਦੀ ਸੀ। ਔਰ ਵਚਨ 'ਚ ਲਿਖਿਆ ਕਿ ਆਪਣੇ ਕਈ ਦਿਨਾਂ ਤੱਕ ਉਹ ਖਾਣਾ ਵੀ ਨਹੀਂ ਖਾਂਦੀ ਸੀਗੀ। ਔਰ ਲੇਕਿਨ ਉਹਨੇ ਆਪਣੀ ਉਸ ਸੌਕਣ ਨੂੰ ਕਦੇ ਵੀ ਮੂੰਹ ਦੇ ਵਿੱਚੋਂ ਬੁਰਾ ਭਲਾ ਕਦੇ ਬੋਲਿਆ ਨਹੀਂ ਸੀ। ਹਾਲੇਲੂਇਆ। ਔਰ ਨਾ ਹੀ ਉਹਨੇ ਕਦੇ ਪਰਮੇਸ਼ਵਰ ਦੇ ਦਰ ਤੇ ਜਾਣਾ, ਨਾ ਹੀ ਉਹਨੇ ਕਦੇ ਪ੍ਰਭੂ ਨੂੰ ਛੱਡਿਆ ਸੀ। ਹਾਲੇਲੂਇਆ। ਆਸ਼ੀਸ਼ ਤਾਂ ਹੀ ਆਈ ਹੈ ਜਦ ਖੁਦਾ ਤੋਂ ਉਹਨੇ ਉਹਦੇ ਦਰ ਤੇ ਕਦੇ ਜਾਣਾ ਨਹੀਂ ਛੱਡਿਆ। ਆਸ਼ੀਸ਼ ਤਾਂ ਹੀ ਆਈ ਆ ਜਦੋਂ ਉਹਨੇ ਪਰਮੇਸ਼ਵਰ ਦੇ ਭਵਨ 'ਚ ਜਾਣਾ ਨਹੀਂ ਛੱਡਿਆ, ਜਦ ਉਹਨੇ ਪਰਮੇਸ਼ਵਰ ਦੇ ਘੁਟਨੇ ਟੇਕ ਕੇ ਪ੍ਰਾਰਥਨਾ ਕਰਨੀ ਨਹੀਂ ਛੱਡੀ। ਹਾਲੇਲੂਇਆ। ਆਸ਼ੀਸ਼ ਤਾਂ ਹੀ ਆਈ ਆ। ਹਾਲੇਲੂਇਆ। ਸਮਝ ਰਹੇ ਹੋ? ਆਸ਼ੀਸ਼ ਤਾਂ ਹੀ ਆਉਂਦੀ ਹੈ ਜਦ ਅਸੀਂ ਖੁਦਾ ਦੇ ਨਾਲ ਜੁੜੇ ਰਹਿੰਦੇ ਹਾਂ। ਇਹ ਨਹੀਂ ਹੁੰਦਾ ਕਿ ਅਸੀਂ ਪਾਪ ਕਰਦੇ ਹਾਂ, ਪਾਪ ਕਰਕੇ ਅਸੀਂ ਕਹਿੰਦੇ ਪ੍ਰਭੂ ਅਸੀਂ ਬਹੁਤ ਪਾਪੀ ਹਾਂ, ਪ੍ਰਭੂ ਸਾਡਾ ਹੁਣ ਤੇਰੇ ਵੱਲ ਆਉਣ ਦਾ ਕੋਈ ਇਰਾਦਾ ਨਹੀਂ ਹੈ, ਅਸੀਂ ਇੰਨਾ ਗੁਨਾਹ ਕੀਤਾ ਕਿ ਅਸੀਂ ਤੇਰੇ ਯੋਗ ਨਹੀਂ ਹਾਂ। ਹਾਲਾਂਕਿ ਇਹ ਕਹਿਣ ਦੇ ਬਾਵਜੂਦ ਤੁਸੀਂ ਇਹ ਬੋਲੋ ਕਿ ਪ੍ਰਭੂ ਮੈਂ ਐਡਾ ਵੱਡਾ ਪਾਪੀ ਹਾਂ, ਪਰ ਮੈਂ ਫੇਰ ਵੀ ਤੇਰੀ ਸ਼ਰਨ ਦੇ ਵਿੱਚ ਆਉਣਾ। ਹਾਲੇਲੂਇਆ। ਮੈਂ ਫੇਰ ਵੀ ਤੇਰੀ ਸ਼ਰਨ ਵਿੱਚ ਆਉਣਾ ਕਿਉਂਕਿ ਤੂੰ ਮੇਰੇ ਪਾਪਾਂ ਨੂੰ ਕਰ ਸਕਦਾ ਹੈ ਮਾਫ ਕਰ ਦੀ ਸਾਮਰਥ ਰੱਖਦਾ, ਕਿਉਂਕਿ ਤੇਰਾ ਕਲਾਮ ਕਹਿੰਦਾ ਹੈ ਕਿ ਚਾਹੇ ਕਿਸੇ ਵੀ ਰੰਗ ਦੇ ਤੇਰੇ ਪਾਪ ਕਿਉਂ ਨਾ ਹੋਣ, ਗੂੜੇ, ਲਾਲ, ਕਿਰਮਚੀ, ਬੈਂਗਣੀ ਰੰਗ ਦੇ ਕਿਉਂ ਨਾ ਹੋਣ, ਮੈਂ ਤੇਰੇ ਪਾਪਾਂ ਨੂੰ ਹੀ ਕਰ ਦੂੰਗਾ
ਧੋ ਕੇ ਪੂਰੀ ਤਰ੍ਹਾਂ ਦੇ ਨਾਲ ਬਰਫ਼ ਦੇ ਵਾਂਗੂ ਸਫੇਦ ਕਰ ਦੇਵਾਂਗਾ। ਹਾਲੇਲੂਇਆ, ਹਾਲੇਲੂਇਆ। ਸਾਡੇ ਪਾਪਾਂ ਦੀ ਹੋਰ ਕਿਤੇ ਮੁਕਤੀ ਨਹੀਂ। ਬਜਾਏ ਇਹ ਕਹਿਣ ਦੇ ਕਿ ਪ੍ਰਭੂ ਮੇਰੇ ਤੋਂ ਪਾਪ ਹੋ ਗਿਆ ਔਰ ਮੈਂ तेरे सामने में तेरा चेहरा आया, तेरे सामने बैठने योग नहीं है मैं, और प्रभु तो भज्जो दूर, एक तो बजाए कि प्रभु दी हजूरी च बैठो। हालेलुया। भज्जण तो बजाए कि बैठो प्रभु दी हजूरी च बैठो। खुदावन सुधार कर मेरा प्रभु, सुधार कर, मैं दोबारा ना करा, सुधार कर अपनी लाठी देना। हालेलुया। तोड़ मैंने खुदा और फिर तो बना। हालेलुया, हालेलुया। जो जे तू बनाना चाहे मैंने की कर, तू बना, मैंने इस्तेमाल कर। तुम पता एक व्यक्ति है, तुम सुनो ध्यान देना, कुम्हार देखिए किते, कुम्हार देखिए किते बंदा, कुम्हार की करदा, ओ किसे मिट्टी नहीं करदा, भांडे बनाउण तो पहले ही करदा, मिट्टी लभदा, मिट्टी करदा, सोहनी ये चंगी जी मिट्टी करदा, ਚੱਕ ਲੈਂਦਾ ਨਾ। मतलब वो अपने ओदे देश ओदे घर चों क्या करदा, ਉਹਨੂੰ जुदा करदा, ਉਹਨੂੰ करदा ਵੱਖਰਾ करदा। हाँ मिट्टी नहीं चाहती मैं जाना मिट्टी नहीं करदा, जुदा कर लेंदा और वो अगे करदा, फिर बाद ਵਿੱਚ ਉਹਨੂੰ ਛਾਣਨੀ ਚ ਪਾ ਕੇ ਕੀ ਕਰਦਾ, ਉਹਨੂੰ ਛਾਣਨੀ ਚ ਪਾ ਕੇ ਕਰਦਾ, ਔਰ ਜਿੰਨੇ ਕੰਕਰ ਪੱਥਰ ਹੁੰਦੇ ਉਹਨੂੰ ਹੀ ਕਰਦਾ। ਫਿਰ ਸਾਡੀ ਜ਼ਿੰਦਗੀ 'ਚ ਬਹੁਤ ਕੰਕਰ ਪੱਥਰ ਨੇ, ਸਾਡੇ ਜੀਵਨ 'ਚ ਬਹੁਤ ਸਾਰੀਆਂ ਕਮੀਆਂ ਨੇ ਜਿਹੜੀ ਕੰਕਰ ਪੱਥਰ ਦਾ ਕੰਮ ਕਰਦੀਆਂ ਨੇ। ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਪਰਮੇਸ਼ਰ ਨੂੰ ਸਾਡੀ ਜ਼ਿੰਦਗੀ 'ਚ ਨਹੀਂ ਪਸੰਦ, ਉਹ ਸਾਡੀ ਜ਼ਿੰਦਗੀ 'ਚ ਕੰਕਰ ਪੱਥਰ ਦਾ ਕੰਮ ਕਰਦੀਆਂ ਨੇ। ਔਰ ਕੁम्हार ਕੀ ਕਰਦਾ, ਉਹਨੇ ਕੰਕਰ ਪੱਥਰ ਨਹੀਂ ਕਰਦਾ, ਸੁੱਟਦਾ, ਔਰ ਫਿਰ ਉਹ ਸਾਫ਼ ਕੀਤੀ ਹੋਈ ਮਿੱਟੀ ਦੇ ਵਿੱਚ ਪਾਣੀ ਪਾਉਂਦਾ, ਫਿਰ ਨਹੀਂ ਕਰਦਾ, ਗੁੰਨਦਾ, ਗੁੰਨ ਕੇ ਭਾਂਡਾ ਬਣਾਉਂਦਾ। ਹਾਲੇਲੂਇਆ। ਕੀ ਬਣਾਉਂਦਾ, ਉਹ ਬਰਤਨ ਬਣਾਉਂਦਾ, ਔਰ ਜਿਹਨੂੰ ਉਹ ਇਸਤੇਮਾਲ ਕਰ ਸਕੇ। ਹਾਲੇਲੂਇਆ। ਜਿਹਨੂੰ ਉਹ ਕੀ ਕਰ ਸਕੇ, ਜਿਹਨੂੰ ਕੀ ਕਰ ਸਕੇ, ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ, ਇਸਤੇਮਾਲ ਕਰ ਸਕੇ। ਹਾਲੇਲੂਇਆ। ਪ੍ਰੋਸੈਸ ਸਮਝ ਥੋੜਾ ਜਿਹਾ। ਪਹਿਲਾਂ ਉਹਨੂੰ ਹੀ ਕਰਦਾ, ਉਹ ਜ਼ਮੀਨ ਤੋਂ ਚੁੱਕਦਾ, ਮਤਲਬ ਉਹਦੇ ਘਰ ਤੋਂ, ਉਹਦੇ ਰਿਸ਼ਤੇਦਾਰਾਂ ਤੋਂ ਹੀ ਕਰਦਾ, ਉਹਨੂੰ ਅਲੱਗ ਕਰਦਾ, ਉਹ ਤੋਂ ਕਰਦਾ ਬਾਅਦ ਵਿੱਚ ਜਿਹਨੂੰ ਅਲੱਗ ਕਰ ਲੈਂਦਾ ਨਾ, ਮਿੱਟੀ ਨੂੰ ਕਰਦਾ ਆਪਣੀ ਥਾਂ ਤੋਂ ਹੀ ਕਰ ਲੈਂਦਾ, ਜੁਦਾ ਕਰਦਾ, ਅਲੱਗ ਕਰਦਾ, ਫਿਰ ਉਹ ਤੋਂ ਛਾਣ ਕੇ ਕੰਕਰ ਪੱਥਰ ਬਾਹਰ ਸੁੱਟਦਾ, ਔਰ ਫਿਰ ਕੀ ਕਰਦਾ, ਉਸ ਮਿੱਟੀ ਨੂੰ ਕਰਦਾ ਪੂਰੀ ਤਰ੍ਹਾਂ ਪਾਣੀ ਪਾ ਕੇ ਗੁੰਨਦਾ, ਔਰ ਬਾਅਦ ਵਿੱਚ ਕਰਦਾ ਬਰਤਨ ਬਣਾਉਂਦਾ। ਪਰ ਬਰਤਨ ਹੱਲੇ ਵੀ ਜਿਹੜਾ ਹੈ ਉਹ ਤਿਆਰ ਨਹੀਂ, ਉਹਦੇ ਇਸਤੇਮਾਲ ਕਰਦੇ। ਕਿਉਂ? ਉਹਨੂੰ ਕੀ ਕਹਿੰਦੇ, ਚਾਖ ਬੋਲਦੇ ਨਾ, ਚਾਖ ਬੋਲਦੇ। ਚਾਖ ਦੇ ਉੱਪਰ ਰੱਖ ਕੇ ਉਹਨੂੰ ਕਰਦਾ, ਸ਼ੇਪ ਦਿੰਦਾ, ਮਤਲਬ ਮਟਕਾ ਬਣਾਇਆ ਨਾ, ਘੜਾ ਬਣਾਇਆ, ਘੜੇ ਤੋਂ ਆਪਾਂ ਇਸਤੇਮਾਲ ਕਰਦੇ ਪਾਣੀਆਂ ਦੇ, ਪਾਣੀ ਪਾਉਣ ਲਈ ਇਸਤੇਮਾਲ ਕਰਦੇ ਆ। ਲੱਸੀ ਰਿੜਕਦੀਆਂ ਹੁੰਦੀਆਂ ਸੀ ਪੁਰਾਣੀਆਂ ਬੀਬੀਆਂ, ਹਨਾ, ਉਹਦੇ ਵਿੱਚ ਵੀ ਸਾਗ ਘੋਟਦੀਆਂ ਹੁੰਦੀਆਂ ਸੀ ਨਾ ਚਾਟੀ ਦੇ ਵਿੱਚ। ਹੁਣ ਇਹ ਬਹੁਤ ਸਾਰੇ ਹਨ, ਮਤਲਬ ਉਹਨੂੰ ਇਸਤੇਮਾਲ ਚ ਲੈਂਦੇ ਸੀਗੇ। ਲੇਕਿਨ ਜਦੋਂ ਮਿੱਟੀ ਦਾ ਬਣ ਗਿਆ, ਫਿਰ ਉਸ ਤੋਂ ਬਾਅਦ ਵਿੱਚ ਪੱਕਾ ਕੀਤਾ ਜਾਂਦਾ। ਪੱਕਾ ਕਰਨ ਲਈ ਕੀ ਕੀਤਾ ਜਾਂਦਾ, ਉਹਨੂੰ ਅੱਗ 'ਚ ਰੱਖਿਆ ਜਾਂਦਾ। ਹਾਂਜੀ, ਅੱਗ 'ਚ ਰੱਖਿਆ ਜਾਂਦਾ ਤੇ ਪਕਾਇਆ ਜਾਂਦਾ ਹੈ। ਸੁਣੋ ਧਿਆਨ ਦੇ ਨਾਲ, ਇਹ ਪ੍ਰੋਸੈਸ ਇੱਕ ਮਿੱਟੀ ਦਾ ਭਾਂਡੇ ਤੱਕ ਜਾਣ ਦੇ ਲਈ ਨਾ, ਇੱਕ ਚੰਗੇ ਭਾਂਡੇ ਤੱਕ ਜਾਣ। ਸਾਡਾ ਜੀਵਨ ਵੀ ਕੁਛ ਇਸ ਤਰ੍ਹਾਂ ਦੀ। ਪ੍ਰਭੂ ਨੇ ਸਾਨੂੰ ਪਹਿਲਾਂ ਸਾਡੇ ਰਿਸ਼ਤੇਦਾਰਾਂ, ਸਾਡੇ ਭਾਈਆਂ ਭੈਣਾਂ 'ਚ ਕੀਤਾ। ਤੁਹਾਨੂੰ ਪਤਾ ਸੀ ਜਿੰਨੇ ਵੀ ਇੱਥੇ ਬੈਠੇ ਸਾਡੇ ਆਪਣੇ ਸਾਰਿਆਂ ਦੇ ਭਾਈ ਭੈਣ ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ ਆ। ਸਾਡੇ ਚਾਚੇ ਤਾਏ, ਸਾਡੇ ਮਾਸੜ ਫੁੱਫੜ ਜਿਹੜੇ ਆ, ਕੀ ਪ੍ਰਭੂ ਨੂੰ ਮੰਨਦੇ ਆ? ਨਹੀਂ ਮੰਨਦਾ ਨਾ। ਸਮਝੋ ਧਿਆਨ ਦੇ ਨਾਲ ਇਸ ਗੱਲ ਨੂੰ, ਪ੍ਰਭੂ ਨੇ ਸਾਨੂੰ ਕਿਉਂ ਚੁਣਿਆ? ਉਹਨੇ ਸਾਨੂੰ ਇਸਤੇਮਾਲ ਕਰਨਾ ਹੈ, ਉਹਨੇ ਸਾਨੂੰ ਆਪਣੇ ਲਈ ਕੀ ਕਰਨਾ ਹੈ, ਇਸਤੇਮਾਲ ਕਰਨਾ। ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਅਲੱਗ ਕੀਤਾ, ਵੱਖਰਾ ਕੀਤਾ, ਔਰ ਸਾਡੀ ਛਾਂਟੀ ਕਰਦਾ ਪਿਆ ਕਿ ਸਾਡੇ ਚ ਕੰਕਰ ਪੱਥਰ ਕੀ ਹੋਣ, ਸਾਡੇ ਕਮੀਆਂ ਨੂੰ ਪ੍ਰਭੂ ਦੂਰ ਕਰਦਾ ਪਿਆ। ਹਾਲੇਲੂਇਆ। ਫਿਰ ਰਿਸ਼ਤੇਦਾਰ ਉਹ ਨਹੀਂ ਪਸੰਦ ਕਰਦੀਆਂ, ਜੰਤਰੀਆਂ ਘਲਾਣ ਜਾਂਦੀਆਂ, ਟੂਣੇ ਟਾਮਣ ਕਰਦੀਆਂ, ਤਾਗੇ ਬੰਨ੍ਹਦੀਆਂ, ਉਹ ਨਹੀਂ ਪਸੰਦ ਕਰਦੀਆਂ। ਲੇਕਿਨ ਅਗਰ ਅਸੀਂ ਦੇਖਿਆ ਪਹਿਲਾਂ ਸਾਡੇ ਵੀ ਜੀਵਨ ਕੁਛ ਇਸ ਤਰ੍ਹਾਂ ਦਾ ਸੀ ਨਾ। ਰਿਸ਼ਤੇਦਾਰ ਨੇ ਫੋਨ ਕੀਤਾ ਕਿ ਕਿੱਥੇ ਗਈ ਉਹ ਭੂਆ, ਕਿ ਉਹ ਗਈ ਉਹ ਕਰਾਉਣ ਗਈ ਹੋ। ਫਿਰ ਮੈਨੂੰ ਦੂਏ ਦਿਨ ਫੇਰ ਫੋਨ ਕੇ, ਭੂਆ ਹੁਣ ਤੂੰ ਆਰਾਮ ਆ, ਤੈਨੂੰ ਫਿਰ ਤੂੰ ਜਾਣੀ ਆ। ਮੈਂ ਕਿਹਾ ਮੈਨੂੰ ਸਾਰਾ ਆਰਾਮ ਆ, ਮੈਨੂੰ ਮੇਰੇ ਪ੍ਰਭੂ ਨੂੰ ਦਿੱਤੀ, ਮੈਂ ਘੁੱਟ ਕੇ ਉਹਦਾ ਪੱਲਾ ਫੜਿਆ, ਘੁੱਟ ਕੇ ਮੈਂ ਉਹਦੀ ਉਂਗਲੀ ਫੜੀ, ਜਿੱਦਾਂ ਦੀ ਮੈਂ ਉਹਦੇ ਮਗਰ ਜਾਂਦੀ। ਹਾਲੇਲੂਇਆ, ਹਾਲੇਲੂਇਆ। ਮੈਨੂੰ ਜ਼ਿੰਦਗੀ ਦਿੰਦਾ, ਉਹ ਬਾਰ-ਬਾਰ ਦਿੰਦਾ। ਜੇ ਮੈਂ ਡਿੱਗਦੀ ਮੈਨੂੰ ਉਹਨੂੰ ਉਠਾਉਂਦਾ। ਹਾਲੇਲੂਇਆ, ਹਾਲੇਲੂਇਆ। ਸਮਝੋ ਇਹ ਗਵਾਹੀ ਹੈ। ਉਹ ਨਹੀਂ ਪਛਾਣਦੀਆਂ, ਉਹ ਨਹੀਂ ਪਛਾਣਨਾ, ਕਿਉਂਕਿ ਉਹਨਾਂ ਤੋਂ ਖੁਦਾ ਨੇ ਤੁਹਾਨੂੰ ਬਾਹਰ ਕਰ ਲਿਆ ਨਾ, ਉਹਨਾਂ ਤੋਂ ਚੁੱਕ ਕੇ ਤੁਹਾਨੂੰ ਅਲੱਗ ਕੀਤਾ ਖੁਦਾ ਨੇ ਆਪਣੇ ਕੰਮਾਂ ਦੇ ਲਈ। ਹਾਲੇਲੂਇਆ। ਔਰ ਅਗਰ ਦੇਖੀਏ ਉਸ ਬਰਤਨ ਨੂੰ ਬਾਅਦ ਚ ਬਣਾ ਕੇ ਕਰਦਾ, ਉਹ ਭੱਠੀ ਚ ਰੱਖਦਾ, ਅੱਗ ਚ ਕਰਦਾ, ਉਹਨੂੰ ਰੱਖਦਾ, ਔਰ ਜਦੋਂ ਅੱਗ ਦੀ ਤਪਸ਼ ਦੇ ਵਿੱਚ ਤਪਦਾ ਆ, ਜਾਂ ਤਾਂ ਫਿਰ ਬਿੰਗਾ ਟੇਢਾ ਹੋ ਜਾਂਦਾ, ਫਿਰ ਵੀ ਇਸਤੇਮਾਲ ਕਰਨ ਦੇ ਯੋਗ ਨਹੀਂ ਹੁੰਦਾ। ਅੱਗ ਨੂੰ ਅੱਗ 'ਚ ਰੱਖਣ ਦਾ ਮਤਲਬ ਸਾਨੂੰ ਖੁਦਾ ਕੁਝ ਸਮੇਂ ਲਈ ਪ੍ਰੀਖਿਆ ਦੇ ਵਿੱਚ ਵੀ ਕਰਦਾ, ਰੱਖਦਾ, ਪ੍ਰੀਖਿਆਵਾਂ ਦੇ ਵਿੱਚ ਹੀ ਖੁਦਾ ਨਿਭਾਉਂਦਾ।
ਉਹ ਅੱਗ ਦੀ ਤਰ੍ਹਾਂ ਸਾਡੀ ਜ਼ਿੰਦਗੀ 'ਚ ਕੰਮ ਕਰਦੀਆਂ ਹੁੰਦੀਆਂ। ਸਮਝ ਲੱਗੀ? ਸਾਡੀ ਜ਼ਿੰਦਗੀ ਦੇ ਵਿੱਚ ਅੱਗ ਦੀ ਤਰ੍ਹਾਂ ਕੰਮ ਕਰਦੀਆਂ ਹੁੰਦੀਆਂ, ਔਰ ਜਦੋਂ ਅਸੀਂ ਪ੍ਰੀਖਿਆ ਵਿੱਚੋਂ ਬਾਹਰ ਨਿਕਲਦੇ ਹਾਂ ਫਿਰ ਅਸੀਂ ਖੁਦਾ ਦੀ ਨਜ਼ਰ 'ਚ ਉੱਤਮ ਦਰਜਾ ਪਾਉਂਦੇ ਹਾਂ। ਹਾਲੇਲੂਇਆ, ਹਾਲੇਲੂਇਆ। ਅਸੀਂ ਉੱਤਮ ਦਰਜਾ ਪਾਉਣੇ ਉਸ ਟਾਈਮ ਖੁਦਾ ਦੀ ਨਜ਼ਰ 'ਚ, ਜਦੋਂ ਅਸੀਂ ਅੱਗ ਦੀ ਮਤਲਬ ਪ੍ਰੀਖਿਆ ਦੇ ਵਿੱਚੋਂ ਲੰਘ ਕੇ ਅਸੀਂ ਪਰਮੇਸ਼ਰ ਦੀ ਚਰਨਾਂ ਵਿੱਚ ਜਾਂਦੇ ਹਾਂ। ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਪਤਾ ਹੈ ਬਾਈਬਲ 'ਚ ਕਿਹਾ ਪ੍ਰਭੂ ਯੀਸ਼ੂ ਮਸੀਹ 40 ਦਿਨ ਉਪਵਾਸ ਕਰ ਰਹੇ ਸੀ, ਤੁਹਾਨੂੰ ਪਤਾ ਹੈ? ਹਾਂਜੀ, ਪਤਾ ਕਿਸ ਨੂੰ? ਲੂਕਾ ਦੀ ਕਿਤਾਬ 'ਚ ਤੁਸੀਂ ਪੜ੍ਹ ਸਕਦੇ ਹੋ ਨਾ, ਬਾਈਬਲ 'ਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਉਪਵਾਸ ਕਰ ਰਿਹਾ 40 ਦਿਨਾਂ ਤੋਂ ਬਾਅਦ ਕੀ ਹੋਇਆ? 40 ਦਿਨਾਂ ਤੋਂ ਬਾਅਦ ਕੀ ਹੋਇਆ? ਸ਼ੈਤਾਨ ਆਇਆ ਜਿਹਨੇ ਕੀ ਕੀਤੀ? ਪ੍ਰਭੂ ਨੂੰ ਕੀਤਾ। ਸੋਚ ਕੇ ਦੇਖੋ, ਪ੍ਰਭੂ ਯੀਸ਼ੂ ਮਸੀਹ ਦੀ ਪ੍ਰੀਖਿਆ ਹੋ ਰਹੀ ਹੈ, ਪ੍ਰਭੂ ਨੂੰ ਪਰਤਾਇਆ ਜਾ ਰਿਹਾ। ਜੇ ਪ੍ਰਭੂ ਯੀਸ਼ੂ ਮਸੀਹ ਦਾ ਵਚਨ ਕਹਿੰਦਾ ਜੇ ਇਹ ਬਹੁਤ ਸਾਰੇ ਲੋਕ ਵੀ ਇਦਾਂ ਦੇ ਆ, ਬਾਈਬਲ ਦੇਖਿਆ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ, ਕਹਿੰਦਾ ਇਹ ਲੋਕ ਜਿਹੜੇ ਹਰੇ ਰੁੱਖ ਦੇ ਨਾਲ ਇਦਾਂ ਦਾ ਕਰਨਗੇ, ਤੁਹਾਡੇ ਨਾਲ ਕੀ ਕੁਛ ਨਾ ਕਰਨਗੇ। ਆਹ ਸ਼ੈਤਾਨ ਦੀ ਪ੍ਰੀਖਿਆ ਸੀਗੀ, ਲੋਕਾਂ ਦੀ ਪ੍ਰੀਖਿਆ ਸੀਗੀ ਨਾ, ਬਹੁਤ ਸਾਰੀ ਚੀਜ਼ਾਂ ਦੀ ਪ੍ਰੀਖਿਆ। ਲੋਕ ਧੱਕਾ ਮਾਰ ਕੇ ਉਹਨਾਂ ਨੂੰ ਕਈ ਵਾਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸੀ ਪਹਾੜੀ ਦੇ ਉੱਪਰੋਂ, ਹਨਾ। ਕਈ ਵਾਰ ਪ੍ਰਭੂ ਯੀਸ਼ੂ ਮਸੀਹ ਨੂੰ ਜਿਹੜਾ ਪਿਲਾਤੁਸ ਦੇ ਮੂਹਰੇ ਰੱਖਿਆ, ਕਹਿੰਦੇ ਕੋੜੇ ਲਗਾਓ, ਸੂਲੀ ਦਿਓ, ਬਹੁਤ ਸਾਰੀਆਂ ਗੱਲਾਂ। ਤੁਹਾਨੂੰ ਪਤਾ ਹੈ ਲੋਕਾਂ ਦੇ ਵੱਲੋਂ ਪ੍ਰੀਖਿਆ ਆਈਆਂ, ਸ਼ੈਤਾਨ ਦੇ ਵੱਲੋਂ ਪ੍ਰੀਖਿਆ ਆਈਆਂ, ਆਉਂਦੀਆਂ ਜਾਂ ਨਹੀਂ? ਲੇਕਿਨ ਵਚਨ ਦੇਖਿਆ ਪ੍ਰਭੂ ਨੇ ਹਰ ਪ੍ਰੀਖਿਆ ਨੂੰ ਕੀਤਾ, ਉਹਦੇ ਚ ਲੰਘ ਗਏ, ਉਹ ਚ ਸਫਲ ਹੋ ਗਏ। ਹਾਲੇਲੂਇਆ, ਹਾਲੇਲੂਇਆ। ਅੱਜ ਸਾਡੀ ਜ਼ਿੰਦਗੀ ਚ ਪ੍ਰੀਖਿਆ ਦੀਆਂ ਕੁਝ ਘੜੀਆਂ ਹੁੰਦੀਆਂ ਜਿਸ ਚ ਸਾਨੂੰ ਲੰਘਣ ਦੀ ਕੀ ਹੈ ਲੋੜ ਹੈ, ਔਰ ਅਸੀਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉੱਤਮ ਦਰਜਾ ਪਾਉਂਦੇ ਹਾਂ। ਹਾਲੇਲੂਇਆ, ਉੱਚੀ ਆਵਾਜ਼ ਨਾਲ ਬੋਲਾਂਗੇ ਹਾਲੇਲੂਇਆ। ਔਰ ਖੁਦਾ ਦਾ ਕਲਾਮ ਕਹਿੰਦਾ ਹੈ, ਪਰਮੇਸ਼ਰ ਦਾ ਵਚਨ ਕਹਿੰਦਾ, ਮੈਂ ਤੈਨੂੰ ਆਸ਼ੀਸ਼ਾਂ ਦਾ ਵਾਰਿਸ ਬਣਾਵਾਂਗਾ, ਤੈਨੂੰ ਆਸ਼ੀਸ਼ਾਂ ਦਾ ਮੂਲ ਬਣਾਵਾਂਗਾ। ਔਰ ਵਚਨ ਲਿਖਿਆ, ਜਿਹੜੇ ਤੈਨੂੰ ਆਸ਼ੀਸ਼ ਦੇਣਗੇ ਮੈਂ ਉਹਨਾਂ ਨੂੰ ਆਸ਼ੀਸ਼ ਦੇਵਾਂਗਾ, ਜਿਹੜੇ ਤੈਨੂੰ ਕੀ ਕਰਨਗੇ? ਤੁੱਛ ਜਾਣਨਗੇ, ਮੈਂ ਉਹਨਾਂ ਨੂੰ ਕੀ ਦਊਂਗਾ? ਸ਼ਰਾਪ ਦੇਵਾਂਗਾ। ਹਾਲੇਲੂਇਆ। ਜਿਹੜੇ ਤੁਹਾਨੂੰ ਤੁੱਛ ਜਾਣਨਗੇ, ਪਰਮੇਸ਼ਰ ਕਹਿੰਦਾ ਮੈਂ ਉਹਨਾਂ ਨੂੰ ਆਪੇ ਦੇਖ ਲਊਂਗਾ, ਤੁਹਾਨੂੰ ਫਿਕਰ ਕਰਨ ਦੀ ਲੋੜ, ਤੁਹਾਨੂੰ ਮੂੰਹ ਦੇ ਵਿੱਚ ਕੁਝ ਬੋਲਣ ਦੀ ਲੋੜ ਨਹੀਂ ਹੈ, ਮੈਂ ਆਪੇ ਦੇਖੂੰਗਾ ਉਹਨਾਂ ਨੂੰ ਜਿਹੜੇ ਤੁਹਾਨੂੰ ਤੁੱਛ ਜਾਣਨਗੇ। ਲੇਕਿਨ ਤੁਸੀਂ ਮੇਰਾ ਕੰਮ ਕਰਨ ਦੇ ਲਈ ਅੱਗੇ ਹਮੇਸ਼ਾ ਵਧਦੇ ਰਹੋ। ਹਾਲੇਲੂਇਆ। ਸਮਝ ਲੱਗੀ? ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਆਪਣੇ ਭਾਈਆਂ ਭੈਣਾਂ ਨੂੰ ਕਰੀਏ ਅਸੀਂ ਪ੍ਰਭੂ ਦੇ ਲਈ ਛੱਡੀਏ। ਜੇ ਅਸੀਂ ਉਹਨਾਂ ਨੂੰ ਨਹੀਂ ਛੱਡ ਸਕਦੇ ਤਾਂ ਪ੍ਰਭੂ ਨੂੰ ਅਸੀਂ ਕਦੇ ਪਾ ਵੀ ਨਹੀਂ ਸਕਦੇ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਜੋ ਕੋਈ ਵਿਅਕਤੀ ਆਪਣੇ ਭਾਈ ਭੈਣ, ਆਪਣੇ ਰਿਸ਼ਤੇਦਾਰਾਂ ਤੋਂ ਵੱਧ ਕੇ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਯੋਗ ਨਹੀਂ ਹੈ। ਪ੍ਰਭੂ ਯੀਸ਼ੂ ਮਸੀਹ ਕਹਿੰਦੇ ਆ, ਜਿਹੜਾ ਵੀ ਵਿਅਕਤੀ ਆਪਣੇ ਭਾਈ ਭੈਣ, ਆਪਣੇ ਰਿਸ਼ਤੇਦਾਰਾਂ ਤੋਂ ਵੱਧ ਕੇ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਯੋਗ ਨਹੀਂ ਹੈ। ਮਾਂ ਬਾਪ ਤੋਂ ਵੱਧ ਕੇ ਪ੍ਰੇਮ ਜੇ ਅਸੀਂ ਖੁਦਾ ਨੂੰ ਨਹੀਂ ਕਰਦੇ ਸੀ, ਖੁਦਾ ਦੀ ਯੋਗ। ਤੁਸੀਂ ਦੇਖਿਆ ਅਬਰਾਹਮ ਆਪਣੇ ਪੁੱਤਰ ਨੂੰ ਪ੍ਰੇਮ ਨਹੀਂ ਨਾ ਕਰਦਾ ਸੀ ਜਿੰਨਾ ਪਰਮੇਸ਼ਰ ਨੂੰ ਪ੍ਰੇਮ ਕਰਦਾ ਸੀ, ਇਸੇ ਲਈ ਤੁਹਾਨੂੰ ਆਸ਼ੀਸ਼ਾਂ ਦਾ ਸਰੋਤ ਕਿਹਾ ਗਿਆ। ਹਾਲੇਲੂਇਆ। ਆਸ਼ੀਸ਼ਾਂ ਦਾ ਮੂਲ ਕਿਹਾ ਗਿਆ। ਹਾਲੇਲੂਇਆ। ਇਸ ਲਈ ਜ਼ਰੂਰੀ ਹੈ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਹਮੇਸ਼ਾ ਚੱਲਦੇ ਰਹੀਏ ਔਰ ਪ੍ਰਭੂ ਦੇ ਨਾਲ ਆਪਣਾ ਸੰਬੰਧ ਅੱਛਾ ਕਾਇਮ ਰੱਖੀਏ। ਹਾਲੇਲੂਇਆ। ओके, अगर देखिए परमेश्वर का वचन, आइए इसी वचन लेकर तो वचन समाप्त करेंगे। लूका की किताब 19 है ਉਹਦਾ 8 वचन। लूका की किताब लूका की किताब उसका 19 अध्याय उसका 8 वचन जल्दी पढ़ा के जन्म लग गया। जब कई ने खड़े होकर प्रभु से कहा, हे प्रभु देख, मैं अपनी आधी संपत्ति कंगालों को देता हूँ। बाइबल च लिखा है, ध्यान ਨਾਲ ਸੁਣੀਏ, ਜੱਕੀ ਜਿਹੜਾ ਸੀ ਇਹ ਕੌਣ ਸੀਗਾ? ਚੁੰਗੀ ਲੈਣ ਵਾਲਾ ਨਾ, ਚੁੰਗੀ ਲੈਣ ਵਾਲਾ ਬੰਦਾ ਸੀਗਾ, ਟੈਕਸ ਕਲੈਕਟਰ ਜਿਹਨੂੰ ਕਹਿੰਦੇ ਆਪਾਂ, ਟੈਕਸ ਕਲੈਕਟਰ ਨਾ, ਟੈਕਸ ਲੈਣ ਵਾਲਾ ਬੰਦਾ ਸੀਗਾ। ਔਰ ਵਚਨ ਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਨੂੰ ਦੇਖਣ ਦੇ ਕੱਦ ਛੋਟਾ ਸੀ ਦਾ, ਛੋਟੇ ਜਿਹੇ ਕੱਦ ਦਾ ਬੰਦਾ, ਭੀੜਾਂ ਦੀ ਭੀੜ ਪ੍ਰਭੂ ਯੀਸ਼ੂ ਮਸੀਹ ਦੇ ਚਾਰੇ ਪਾਸੇ। ਜਦੋਂ ਪ੍ਰਭੂ ਯੀਸ਼ੂ ਮਸੀਹ ਰਸਤੇ ਵਿੱਚ ਜਾ ਰਹੇ ਆ ਤਾਂ ਉਹਨਾਂ ਨੂੰ ਦੇਖਣ ਦੀ ਇਹਨਾਂ ਦੀ ਚਾਹਤ ਸੀ ਕਿ ਮੈਂ ਖੁਦਾ ਨੂੰ ਦੇਖਣਾ, ਪ੍ਰਭੂ ਯੀਸ਼ੂ ਮਸੀਹ ਦੇਖਣਾ। ਕਿਤੇ ਨਾ ਕਿਤੇ ਬਹੁਤ ਸਾਰੀਆਂ ਪ੍ਰਭੂ ਦੀਆਂ ਗੱਲਾਂ ਨੇ ਸੁਣੀਆਂ ਸੀ। ਔਰ ਉਸ ਦਿਨ ਕੀ ਹੋਇਆ, ਇਹ ਜਾ ਕੇ ਕਿਤੇ ਅੜ ਗਿਆ, ਦਰਖਤ ਦੇ ਉੱਪਰ ਚੜ ਗਿਆ। ਔਰ ਪ੍ਰਭੂ ਯੀਸ਼ੂ ਮਸੀਹ ਇਹਨੂੰ ਦੇਖਿਆ ਕਿ ਉੱਪਰ ਚੜ ਗਿਆ, ਲੋਕ ਹੱਸਣ ਲੱਗੇ ਇਹਦੇ ਉੱਪਰ, ਹਨਾ। ਪ੍ਰਭੂ ਕਹਿੰਦਾ ਆ ਜਾ ਜੱਕਈ, ਅੱਜ ਮੈਂ ਤੇਰੇ ਘਰ ਦੇ ਵਿੱਚ ਜਾਵਾਂਗਾ, ਤੇਰੇ ਘਰ 'ਚ ਠਹਿਰਾਂਗਾ। ਹਾਲੇਲੂਇਆ। ਔਰ ਲਿਖਿਆ ਜੱਕਈ ਆਪਣੇ ਘਰ 'ਚ ਲੈ ਕੇ ਗਿਆ ਪ੍ਰਭੂ ਯੀਸ਼ੂ ਮਸੀਹ ਨੂੰ। ਔਰ ਜਦੋਂ ਜੱਕਈ ਨੇ ਦੇਖਿਆ ਪ੍ਰਭੂ ਯੀਸ਼ੂ ਮਸੀਹ ਮੇਰੇ ਘਰ ਦੇ ਵਿੱਚ ਵਿਰਾਜੇ ਆ, ਪ੍ਰਭੂ ਯੀਸ਼ੂ ਮਸੀਹ ਮੇਰੇ ਘਰ 'ਚ ਬੈਠੇ ਆ, ਔਰ ਉਹਨੇ ਕੀਤਾ ਆਪਣਾ ਮਨ ਫਿਰਾਇਆ। ਲੋਕ ਇਸ ਤਰ੍ਹਾਂ ਖੜੇ ਸੀ ਬਾਹਰ, ਲੋਕੀ ਕਿਸ ਤਰ੍ਹਾਂ ਦੀ ਗੱਲਾਂ ਕਰਦੇ ਸੀਗੇ, ਇਹ ਤਾਂ ਬੰਦਾ ਹੱਕ ਮਾਰਦਾ ਸਾਡੇ, ਇਹ ਸਾਡੇ ਕੋਲ ਪੈਸੇ ਲੈਂਦਾ ਹੈ, ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆਪ ਇਕੱਠੀਆਂ ਕੀਤੀਆਂ, ਲੇਕਿਨ ਉਹ 'ਚ ਵੀ ਟੈਕਸ ਲੈਂਦਾ ਹੈ, ਹਨਾ। ਇਹ ਕਰਦਾ ਸਾਡੇ ਧਨ ਦੇ ਨਾਲ ਅਮੀਰ ਹੋ ਕੇ ਬੈਠਾ, ਚੰਗਾ ਖਾਂਦਾ, ਚੰਗਾ ਪਹਿਨਦਾ। ਲੇਕਿਨ ਵਚਨ 'ਚ ਲਿਖਿਆ ਹੈ ਇੱਥੇ ਜੱਕਈ ਨੇ ਕੀ ਬੋਲਿਆ, ਕਹਿੰਦਾ ਪ੍ਰਭੂ
जब कई ने खड़े होकर प्रभु से कहा कि केनु कहा केनु कहा केनु कहा सुना थे प्रभु ने क्या लोगों ने क्या केनु कहा प्रभु ने एक तरह वायदा कर रहा हो की बोलदा ध्यान पड़िए थे देख मैं अपनी आधी संपत्ति कंगालों को देता हूँ। कहंदा मैं अपनी आधी संपत्ति केनु देना कंगाਲਾਂ ਨੂੰ ਦੇਣਾ ਜਿਨ੍ਹਾਂ ਦੇ ਕੋਲ ਖਾਣ ਪੀਣ ਨੂੰ ਨਹੀਂ ਹੈ ਮੈਂ ਉਹਨਾਂ ਨੂੰ ਦੇਣਾ ਜਿਹੜੇ ਲੋਕ ਭੁੱਖੇ ਤੇ ਹਾਇਆ ਮੈਂ ਉਹਨਾਂ ਨੂੰ ਦੇਣਾ ਜਿਹੜੇ ਲੋਕ ਇਸ ਚੀਜ਼ ਨੂੰ ਤਰਸਦੇ ਮੈਂ ਉਹਨਾਂ ਨੂੰ ਆਪਣੀ ਕਰਨਾ ਅੱਧੀ ਸੰਪत्ति ਦੇ ਰਿਹਾ ਹਾਂ ਜੀ ਅੱਗੇ और यदि किसी का कुछ भी अन्याय करके ले लिया है अगर मैं किसी ਦਾ अन्याय करके कुछ भी ले लिया तो उसे 4 गुना फेर देता हूँ। ਉਹਨਾਂ ਨੂੰ ਕਿੰਨਾ ਕਰਕੇ ਦਊਂਗਾ 4 ਗੁਣਾ ਕਰਕੇ ਵਾਪਸ ਦਊਂਗਾ। ਇੱਥੇ ਕੀ ਹੋਇਆ ਉਹਨੇ ਆਪਣੇ ਮਨ ਚੋਂ ਉਹ ਕਿਸੇ ਦਾ ਹੱਕ ਮਾਰਨ ਦੀ ਜਿਹੜੀ ਇੱਛਾ ਸੀ ਕਰ ਦਿੱਤੀ ਛੱਡ ਦਿੱਤੀ। ਉਹਨੂੰ ਗਰੀਬਾਂ ਦੇ ਉੱਪਰ ਦਇਆ ਆਉਣੀ ਸ਼ੁਰੂ ਹੋ ਗਈ। ਹਾਲੇਲੂਇਆ। ਗਰੀਬਾਂ ਉੱਪਰ ਤਰਸ ਆਉਣਾ ਸ਼ੁਰੂ ਹੋ ਗਿਆ। ਉਹਦਾ ਜੀਵਨ ਕੀ ਹੋ ਗਿਆ ਪੂਰੀ ਤਰ੍ਹਾਂ ਦੇ ਨਾਲ ਬਦਲ ਗਿਆ। ਹਾਂਜੀ ਅੱਗੇ ਦੇਖੀਏ। तब यीशु ने उससे कहा ਹੁਣ ਪ੍ਰਭੂ ਯੀਸ਼ੂ ਮਸੀਹ ਨੇ ਉਹਨੂੰ ਕਿਹਾ आज इस घर में ਹਾਂਜੀ उद्धार आया है। ਅੱਜ ਇਸ ਘਰ ਦੇ ਵਿੱਚ ਕੀ ਆਇਆ ਮੁਕਤੀ ਆਈ ਮੁਕਤੀ ਆਈ। ਹਾਲੇਲੂਇਆ। ਸੋਚ ਕੇ ਦੇਖੀਏ ਪ੍ਰਭੂ ਯੀਸ਼ੂ ਮਸੀਹ ਘਰ ਦੇ ਵਿੱਚ ਬੈਠੇ ਉਹਨਾਂ ਦੇ ਆਣ ਕੇ ਪ੍ਰਭੂ ਨੇ ਨਹੀਂ ਕਿਹਾ ਕਿ ਤੁਹਾਡੇ ਘਰ 'ਚ ਮੁਕਤੀ ਆ ਚੁੱਕੀ ਜੇ ਮੈਂ ਤੁਹਾਡੇ ਘਰ 'ਚ ਆ ਚੁੱਕਿਆ। ਨਹੀਂ ਪ੍ਰਭੂ ਨੇ ਨਹੀਂ ਬੋਲਿਆ। ਪ੍ਰਭੂ ਨੇ ਕਦੋਂ ਬੋਲਿਆ ਜਦ ਉਹਨੇ ਕਿਸੇ ਆਪਣੀ ਬੁਰੀ ਆਦਤ ਨੂੰ ਛੱਡਿਆ ਜਦ ਉਹਨੇ ਆਪਣੀ ਜ਼ਿੰਦਗੀ 'ਚੋਂ ਉਸ ਬੁਰੀ ਆਦਤ ਨੂੰ ਕੱਢਿਆ ਜਿਹੜੀ ਉਹਨੂੰ ਫੜ ਕੇ ਰੱਖੀ ਹੋਈ ਸੀ। ਉਹਨੂੰ ਜਦੋਂ ਉਹਨੇ ਕਿਹਾ ਪ੍ਰਭੂ ਦੇ ਸਾਹਮਣੇ ਇਕਰਾਰ ਕੀਤਾ ਮਤਲਬ ਪਹਿਲਾਂ ਕਿ ਲੋਕਾਂ ਦੇ ਸਾਹਮਣੇ ਨਹੀਂ ਬਲਕਿ ਪ੍ਰਭੂ ਦੇ ਸਾਹਮਣੇ ਇਕਰਾਰ ਕੀਤਾ ਕਹਿੰਦਾ ਪ੍ਰਭੂ ਜੀ मैं जिन्हां दा हक मार के पैसे ले लिया उन्होंने 4 गुना करके करूंगा वापस करूंगा और मैं बीमारां नु कंगालां नु विधवावां नु करूंगा अपनी आधी संपत्ति कर दूंगा दे दूंगा। हालेलुया। ਉਹਨੇ ਕਿਹਨਾਂ ਵਾਅਦਾ ਕੀਤਾ ਪ੍ਰਭੂ ਦੇ ਨਾਲ ਪਰਮੇਸ਼ਵਰ ਦੇ ਨਾਲ ਵਾਅਦਾ ਕੀਤਾ। ਹਾਲੇਲੂਇਆ। ਔਰ ਵਚਨ 'ਚ ਕੀ ਲਿਖਿਆ ਹੈ ਪ੍ਰਭੂ ਯੀਸ਼ੂ ਮਸੀਹ ਬੋਲਿਆ ਕਹਿੰਦੇ ਹੁਣ ਇਸ ਘਰ 'ਚ ਕੀ ਆਇਆ ਹੁਣ ਇਸ ਘਰ 'ਚ ਕੀ ਆਇਆ ਮੁਕਤੀ ਆਈ ਹੈ ਉद्धार ਆਇਆ। ਹਾਲੇਲੂਇਆ। ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਹੁਣ ਇਸ ਘਰ 'ਚ ਉद्धार ਹੈ। ਜਦ ਉਹਨੇ ਕੋਈ ਛੱਡਿਆ ਤਾਂ ਹੀ ਉਹਦੇ ਜੀਵਨ 'ਚ ਪ੍ਰਭੂ ਦੀ ਆਸ਼ੀਸ਼ ਆਈ ਹੈ। ਜੇ ਨਹੀਂ ਛੱਡਦਾ ਤਾਂ ਕਦੇ ਵੀ ਨਹੀਂ ਹੋਣੀ। ਹਾਲੇਲੂਇਆ। ਸਮਝ ਰਹੇ ਹੋ ਗੱਲ ਨੂੰ। ਅੱਜ ਸਾਨੂੰ ਬਹੁਤ ਸਾਰੀਆਂ ਆਦਤਾਂ ਛੱਡਣ ਦੀ ਕੀ ਹੈ ਬਹੁਤ ਸਾਰੇ ਰੀਤੀ ਰਿਵਾਜ ਛੱਡਣ ਦੀ। ਹੁਣ ਬਹੁਤ ਸਾਰੇ ਹੁਣ ਭੈਣਾਂ ਨੇ ਜਾਣਾ ਭਾਈਆਂ ਦੇ ਰੱਖੜੀ ਬੰਨਣ ਦੇ ਲਈ ਨਾ ਰੱਖੜੀਆਂ ਆ ਗਈਆਂ ਮੋਰੇ ਰੱਖੜੀ ਤਿਉਹਾਰ ਆ ਗਿਆ। ਬਹੁਤ ਸਾਰੀਆਂ ਭੈਣਾਂ ਨੇ ਜਾਣਾ ਹਾਂ ਮੇਰਾ ਵੀਰ ਤੇ ਕਿਤੇ ਗੁੱਟ ਸੁਣਨੇ ਆ ਮੈਂ ਕਿਤੇ ਦੇਖਿਆ ਮੈਂ ਜਲਦੀ ਜਲਦੀ ਬੰਨਿਆ ਮੈਂ ਕੁਛ ਨਾ ਮੇਰਾ ਵੀਰ ਮੇਰਾ ਭਰਾ ਹੁਣ ਚੇਤੇ ਆਣੇ ਸਾਰੇ ਨੂੰ ਨਾ ਠੀਕ ਹੈ। ਲੇਕਿਨ ਪ੍ਰਭੂ ਸਾਨੂੰ ਇਹਨਾਂ ਰੀਤੀ ਰਿਵਾਜਾਂ ਤੋਂ ਵੀ ਕਰਦਾ ਬਾਹਰ ਕਰਦਾ। ਜਠੇਰੇ ਮਨਾਉਣਾ ਤੋਂ ਵੀ ਕਰਦਾ ਸਾਨੂੰ ਪਰਮੇਸ਼ਵਰ ਇਹਨਾਂ ਕੰਮਾਂ ਤੋਂ ਵੀ ਕਰਦਾ ਬਾਹਰ ਕਰਦਾ। ਹਾਲੇਲੂਇਆ। ਸਾਡਾ ਜਠੇਰਾ ਹੁਣ ਪ੍ਰਭੂ ਯੀਸ਼ੂ ਮਸੀਹ ਹੈ। ਸਿਰਫ ਅਸੀਂ ਉਹਦੇ ਪਰ ਵਿਸ਼ਵਾਸ ਰੱਖਣਾ ਉਹਦੇ ਅੱਗੇ ਪ੍ਰਾਰਥਨਾਵਾਂ ਉਹਦੇ ਅੱਗੇ ਦੁਆਵਾਂ ਸਾਡਾ ਕਰਨ ਦਾ ਕੀ ਹੈ ਹਮੇਸ਼ਾ ਫਰਜ਼ ਹੈ। ਹਾਲੇਲੂਇਆ। ਉਹੀ ਪਰਮੇਸ਼ਵਰ ਜਿਹੜੀ ਸਾਡੀ ਆਵਾਜ਼ ਨੂੰ ਸੁਣਦਾ ਸਾਡੀ ਆਵਾਜ਼ ਨੂੰ ਸੁਣ ਕੇ ਸਾਨੂੰ ਉੱਤਰ ਦੇਣ ਵਾਲਾ ਖੁਦਾ ਹੈ।